ब्रह्म ज्ञानी सद जीवै, ब्रह्म ज्ञानी सद जीवै, नहीं मरता नहीं मरता, नहीं मरता नहीं मरता, ब्रह्म ज्ञानी सब श्रेष्ठ का करता, सब श्रेष्ठ का करता, नहीं मरता नहीं मरता, नहीं मरता नहीं मरता। कर चिन्ह अर बरन जात अर पात नहन जिह, रूप रंग अर रेख भेख, को कह न सकत केह। अचाल मूरत अनुभव प्रकाश, अमित तोज कहिजै, कोट इंद्र इंद्रान साही साहन गमिजै। त्रिभुवन महीप सुर नर असुर, नेत नेत बन तृण कहत, तुअ सर्व नाम कथै कवन, करम नाम बरनत सुमत। जोत रूप हरे आप गुरु नानक कहायो, ताते अंगद पायो तत स्यों तत मिलायो। अंगद कृपा धार अमर सतगुर थिर कियाओ, अमरदास अमृत छतर गुर रन है दियाओ। गुर रामदास दर्शन परस, कह मथुरा अमृत पैण। मूरत पंच परमाण पुरख, गुर अर्जन पिखहाउ नैन। हमें दृष्ट शुभ कर, हरै अग पाप सकल मल। काम क्रोध अर लोभ मोह, बस कर सब बल। सदा सुख मन वसै, दुख संसार है खोवै। गुर नव निध दरियाओ, जन्म हम कालख धोवै। सो कहो टल गुर सेविया, अहनिस सहज सुभाए। दर्शन परसै गुरु कै, जन्म मरण दुख जाए। सज्जन सच्चा पात साहो, सिर साहांदै साहो। जिस पास बैठिया सोहियै, सबना दावे साहो। वाहिगुरु साहिब जी। सूही महला पंजवा। करम धर्म पाखंड जो दिसहै, तिन जम जागाती लूटै। निर्बाण कीर्तन गावो करते का, निमख सिमरत जित छूटै। करम धर्म पाखंड जो दिसहै, तिन जम जागाती लूटै। निर्बाण कीर्तन गावो करते का, निमख सिमरत जित छूटै। संत हो सागर पार उतरियै, जे को बचन कमावै संतन का। सो गुर प्रसादी तरियै। रहाओ कोट तीरथ मज्जन स्नाना, इस कल मह मैल भरीजै। साध संग जो हर गुण गावै, सो निर्मल कर लीजै।
वेद कतेव सिमृत सब शास्त्र, इन पढ़िया मुक्त न होई। एक अक्षर जो गुरमुख जापै, तिसकी निर्मल सोई। खत्री ब्राह्मण सूद वैस, उपदेश चहु वर्णा को साझा। गुरमुख नाम जपै उदरै सो कल मह, घट घट नानक माझा। खत्री ब्राह्मण सूद वैस, उपदेश चहु वर्णा को साझा। गुरमुख नाम जपै उदरै सो कल मह, घट घट नानक माझा। वाहिगुरु जी का खालसा, वाहिगुरु जी की फतेह। वाहिगुरु सूही महला पंजवा, कर्म धर्म पाखंड जो दिसह। गरीब नवाज अंतरजामी सतगुरु धन 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 सतगुरु आदि श्री गुरु ग्रंथ साहिब महाराज जी की अत्यंत कृपालता मेहर सदका गरीब नवाज अंतरजामी सतगुਰਾਂ ਦੇ ਅੰਮ੍ਰਿਤ ਵੇਲੇ ਤੋਂ ਦਰਸ਼ਨ ਦੀਦਾਰ ਕਰ ਰਹੇ ਹਾਂ। ਆਪ ਸਰਬੱਤ ਸੰਤਾ ਸਭ ਮਾਈ ਭਾਈ ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਪਾਵਨ ਜਿਹੜੇ ਪੁਰਬ ਹਨ। ਅੱਜ ਧੰਨ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਸ਼ਹੀਦੀ ਦਾ ਪੁਰਬ ਹੈ। ਇਸੇ ਤਰ੍ਹਾਂ ਸਾਹਿਬਜ਼ਾਦਿਆਂ ਦੀ ਸ਼ਹਾਦਤ, ਮਹਾਂਪੁਰਖਾਂ ਦੀ ਬਰਸੀ ਦਾ ਦਿਨ, ਇਹਨਾਂ ਸਭ ਪੁਰਬਾਂ ਨੂੰ ਮੁੱਖ ਰੱਖ ਕੇ ਆਪ ਸਮਾਗਮਾਂ ਦੇ ਅੰਦਰ ਸਾਧ ਸੰਗਤ ਜੀ ਸਮੂਲੀਅਤ ਕਰ ਰਹੇ ਹੋ। ਅੱਜ ਸ਼ਹੀਦੀ ਸਮਾਗਮਾਂ ਦੇ ਦੂਜੇ ਦਿਨ ਦੇ ਦੀਵਾਨਾਂ ਦੇ ਅੰਮ੍ਰਿਤ ਵੇਲੇ ਦੇ ਦੀਵਾਨਾਂ 'ਚ ਆਪ ਜੀ ਹਾਜ਼ਰੀਆਂ ਭਰ ਰਹੇ ਹੋ। ਸਰਵਪ੍ਰਥਮ ਸਤਿਗੁਰੂ ਮਹਾਰਾਜ ਜੀ ਦੇ ਪਾਵਨ ਪਵਿੱਤਰ ਸਰੂਪਾਂ ਦੇ ਦਰਸ਼ਨ, ਪ੍ਰਕਾਸ਼ ਦੀ ਸੇਵਾ, ਸਿਮਰਨ, ਨਿਤਨੇਮ, ਸ੍ਰੀ ਆਸਾ ਜੀ ਦੀ ਵਾਰ ਦੇ ਕੀਰਤਨ, ਗੁਰਬਾਣੀ ਦਾ ਸ਼ਬਦਾਂ ਦਾ ਪਾਵਨ ਰਸ ਭਿੰਨਾ ਕੀਰਤਨ ਆਪ ਜੀ ਨੇ ਸਰਵਣ ਕੀਤਾ, ਨਿਹਾਲ ਹੋਏ ਹਾਂ। ਸਮਾਂ ਹੋਇਆ ਜੋ ਗਰੀਬ ਨਵਾਜ ਜੀ ਨੇ ਅੰਮ੍ਰਿਤ ਵੇਲੇ ਸ੍ਰੀ ਮੁਖਵਾਕ ਹੁਕਮਨਾਮਾ ਸਾਹਿਬ ਬਖਸ਼ਿਆ, ਉਹਦੀ ਕਥਾ ਵਿਚਾਰ ਦਾ ਵਿਚਾਰ ਪ੍ਰਾਰੰਭ ਕਰਨ ਤੋਂ ਪ੍ਰਥਮ ਗੁਰਮਤਿ ਦਾ ਨਿਯਮ ਹੈ ਹਾਜ਼ਰੀ ਲਗਾਉਣ ਦਾ। ਤੇ ਇਸ ਨਿਯਮ ਦੇ ਅਨੁਸਾਰ ਆਪ ਸਰਬੱਤ ਮਾਈ ਭਾਈ ਸਾਧ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਮਹਾਰਾਜ ਜੀ ਦੀ ਇਹ ਪਾਵਨ ਸੰਗਤ ਦਾ ਆਨੰਦ ਆਪ ਜੀ ਮਾਣ ਰਹੇ ਹੋ। ਬਿਨ ਭਾਗਾ ਸਤ ਸੰਗ ਨਾ ਲੱਭੈ, ਬਿਨ ਸੰਗਤ ਮੈਲ ਭੇਜੈ ਜੀ। ਚੰਗੇ ਕਰਮ ਨੇਕ ਕਰਮ ਹੋਣ, ਫਿਰ ਇਹ ਸਾਧ ਸੰਗਤ ਜੀ ਸੁਭਾਗ ਸਮਾਂ ਪ੍ਰਾਪਤ ਹੁੰਦਾ ਹੈ। ਬਿਨ ਭਾਗਾਂ, ਭਾਗਾਂ ਤੋਂ ਬਿਨਾਂ ਭਾਗ ਕੀ ਹਨ ਸਾਧ ਸੰਗਤ ਜੀ? ਮੱਥੇ ਦੇ ਭਾਗ ਕਿਹਨੂੰ ਕਹੀਦਾ ਹੈ? ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਪਾਵਨ ਸ਼ਲੋਕ ਆਪਾਂ ਪੜ੍ਹਦੇ ਹਾਂ। ਜਿਸ ਵਕਤ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਭੋਗ ਪੈਂਦਾ, ਭੋਗ ਦੇ ਸ਼ਲੋਕਾਂ 'ਚ ਮਹਾਰਾਜ ਜੀ ਨੇ ਲਕਸ਼ਣ ਕਥਨ ਕੀਤਾ ਹੈ। ਜਿਹ ਵਿਖਿਆ ਸਗਲੀ ਤਜੀ ਲਿਓ ਭੇਖ ਬੈਰਾਗ, ਕਹੋ ਨਾਨਕ ਸੁਨਹਿਰੇ ਮਨਾ ਤਿਹ ਨਰ ਮਾਥੈ ਭਾਗ। ਜਿਨ੍ਹਾਂ ਨੇ ਸਾਧ ਸੰਗਤ ਜਿਹ ਵਿਖਿਆ ਸਗਲੀ ਤਜੀ, ਕੁੱਲ ਸੰਸਾਰ ਦੇ ਵਿਸ਼ਿਆਂ ਨੂੰ ਜਿਨ੍ਹਾਂ ਨੇ ਤਿਆਗ ਦਿੱਤਾ ਹੋਵੇ, ਲਿਓ ਭੇਖ ਬੈਰਾਗ, ਬੈਰਾਗ ਦਾ ਭੇਖ ਆਪਦੇ ਸਰੀਰ 'ਚ ਧਾਰਨ ਕੀਤਾ ਹੋਵੇ, ਫੈਸ਼ਨ ਸ਼ਕੀਨੀ ਛੱਡ ਕੇ, ਵਿਸ਼ੇ ਵਿਗਾੜ ਤਿਆਗ ਕੇ ਸਗੋਂ ਧਰਮ ਦੇ ਰਸਤੇ 'ਤੇ ਜਿਹੜਾ ਤੁਰ ਪਵੇ, ਕਹੋ ਨਾਨਕ ਸੁਨ ਰੇ ਮਨਾ ਤੇ ਨਰ ਮਾਥੈ ਭਾਗ। ਉਹਨਾਂ ਦੇ ਸਾਧ ਸੰਗਤ ਦੇ ਮੱਥੇ ਦੇ ਉਜਲ ਭਾਗ ਜਾਣਗੇ। ਇਹ ਲਕਸ਼ਣ ਸਤਿਗੁਰਾਂ ਨੇ ਕਥਨ ਕੀਤਾ ਹੈ। ਸੋ ਸਭ ਦੁਨੀਆ ਮਾਇਆ ਦੇ ਪਿੱਛੇ ਦੌੜ ਰਹੀ ਹੈ। ਹਰ ਕੋਈ ਆਪਦਾ ਸੁੱਖ ਆਰਾਮ ਚਾਹੁੰਦਾ ਹੈ। ਇਹ ਆਪਾਂ ਆਪਣੇ ਵੱਡੇ ਭਾਗ ਜਾਣੀਏ।
ਮਾਇਆ ਨੂੰ ਛੱਡ ਕੇ, ਕੰਮਾਂ ਧੰਦਿਆਂ ਨੂੰ ਛੱਡ ਕੇ, ਆਪ ਦਾ ਸੁਖ ਆਰਾਮ ਤਿਆਗ ਕੇ ਸਤਿਗੁਰਾਂ ਦੇ ਚਰਨਾਂ 'ਚ ਆ ਕੇ ਬੈਠੇ ਹਾਂ। ਇਹ ਤੋਂ ਸਾਧ ਸੰਗਤ ਜੀ ਵੱਡੇ ਭਾਗਪੁਰ ਆਪਾਂ ਕੀ ਗਿਣਾਂਗੇ। ਇਹ ਸਰਵੋਤਮ ਭਾਗ ਸਮਾਂ ਹੈ ਜੋ ਸਾਨੂੰ ਸਤਿਗੁਰਾਂ ਦੇ ਚਰਨਾਂ 'ਚ ਬੈਠਣ ਦਾ ਸੁਖ ਸਮਾਂ ਮਿਲ ਰਿਹਾ ਹੈ। ਦੁਨੀਆ ਅੰਦਰ ਐਸ ਦੁਨੀਆ ਦਾ ਕਿ ਤਿੰਨਾਂ ਲੋਕਾਂ ਦਾ ਤ੍ਰਿਲੋਕੀ ਦਾ ਰਾਜ ਕੋਈ ਲੈ ਲਵੇ, ਉਸ ਰਾਜ ਦੇ ਵਿੱਚ ਵੀ ਇੰਨਾ ਸੁਖ ਆਨੰਦ ਨਹੀਂ ਜਿੰਨਾ ਸਤਿਗੁਰਾਂ ਦੇ ਚਰਨਾਂ 'ਚ ਬਿਰਾਜਣ ਦਾ ਸੁਖ ਹੈ, ਆਨੰਦ ਹੈ। ਇਹ ਐਸਾ ਸਥਾਨ ਹੈ ਜਿੱਥੇ ਜਾਣ ਨਹੀਂ ਆ ਸਕਦੇ, ਜਿੱਥੇ ਕਲਯੁਗ ਨੂੰ ਅਨੁਮਤੀ ਨਹੀਂ ਆਉਣ ਦੀ, ਪ੍ਰਵੇਸ਼ ਕਰਨ ਦੀ, ਜਿੱਥੇ ਆ ਕੇ ਸਾਧ ਸੰਗਤ ਜੀ ਤੜਪਦੇ ਹੋਏ ਹਿਰਦਿਆਂ ਨੂੰ ਸ਼ਾਂਤੀ ਮਿਲ ਜਾਂਦੀ। ਜਿਹੜੇ ਸਤਿਗੁਰਾਂ ਦੇ ਦਰਸ਼ਨ ਕੀਤਿਆ, ਜਲ ਤੋਂ ਬਲ ਤੋਂ ਤੌਕਿਆ, ਸੜਦੇ ਬਲਦੇ ਆ ਸਾਡੇ ਮਾਨ ਜਿਹੜੀ ਈਰਖਾ ਦੇ ਸਾੜੇ ਹੋਏ ਹਨ, ਵਿਸ਼ਿਆਂ ਦੇ ਦਗਦ ਕੀਤੇ ਹੋਏ ਹਨ। ਇਹ ਗੁਰੂ ਮਹਾਰਾਜ ਦੇ ਦਰਸ਼ਨ ਸਾਧ ਸੰਗਤ ਦਾ ਅਸਰ ਹੈ, ਜਿਹਦੇ ਕਰਕੇ ਸਾਧ ਸੰਗਤ ਜੀ ਇਹ ਮਨ ਹਰੇ ਭਰੇ ਹੋ ਜਾਂਦੇ ਹਨ। ਅਗਿਆਨ ਅੰਧੇਰਾ ਮਿਟ ਗਿਆ, ਸਾਰਾ ਹਿਰਦੇ ਅੰਦਰੋਂ ਜਿਹੜਾ ਅਗਿਆਨ ਭਰਮ ਪਿਆ ਰਹਿੰਦਾ ਹਰ ਵਕਤ, ਉਹ ਵੀ ਸੰਗਤ ਅੰਦਰ ਆ ਕੇ ਹੀ ਮਿਟਦਾ, ਬਿਨਾਂ ਸੰਗਤ ਤੋਂ ਉਹ ਵੀ ਦੂਰ ਨਹੀਂ ਹੁੰਦਾ। ਸੋ ਇਸ ਪ੍ਰਕਾਰ ਮਨ ਖਿੜਿਆ ਭਰਿਆ ਬਾਗ, ਮਨ ਹਰੇ ਭਰੇ ਬਾਗ ਦੀ ਤਰ੍ਹਾਂ ਖਿੜ ਆਉਂਦਾ ਹੈ ਸੰਗਤ ਕੀਤਿਆਂ। ਤੇ ਬਿਨ ਸੰਗਤ ਮੈਲ ਭਰੀਜੈ ਜੀਓ, ਜੇ ਸੰਗਤ ਨਾ ਕਰੀਏ ਤੇ ਮੈਲ ਮਨ 'ਚ ਭਰੀ ਜਾਂਦੀ ਹੈ। ਕੋਈ ਮਨੁੱਖ ਆਪਦੇ ਘਰ ਅੰਦਰ ਬੈਠ ਕੇ ਕਿੰਨਾ ਭਜਨ ਕਰਦਾ ਹੋਵੇ, ਸਿਮਰਨ ਕਰਦਾ ਹੋਵੇ, ਨੇਮ ਕਰਦਾ ਹੋਵੇ, ਤੇ ਉਹਨੂੰ ਇਹ ਸਾਧ ਸੰਗਤ ਜੀ ਸੰਗਤ ਅੰਦਰ ਆਉਣ ਦੀ ਲੋੜ ਹੈ। ਜੇ ਇਸ ਤਰ੍ਹਾਂ ਨਾਲ ਦਰਿਆ ਹੋਵੇ ਵਗਦਾ, ਤੇ ਉਸ ਦਰਿਆ ਦੇ ਕੰਢੇ ਉੱਪਰ ਰੁੱਖ ਹੋਵੇ, ਉਸ ਦਰਖਤ ਨੂੰ, ਰੁੱਖ ਨੂੰ ਭਾਵੇਂ ਥੱਲਿਓਂ ਪਾਣੀ ਪਾਉਣ ਦੀ ਲੋੜ ਨਹੀਂ, ਕਿਉਂਕਿ ਉਹਨੂੰ ਥੱਲਿਓਂ ਵਗਦੇ ਹੋਏ ਦਰਿਆ ਤੋਂ ਬਹੁਤਾ ਪਾਣੀ ਪ੍ਰਾਪਤ ਹੁੰਦਾ ਹੈ। ਲੇਕਿਨ ਫਿਰ ਵੀ ਵਰਖਾ ਦੀ ਲੋੜ ਹੁੰਦੀ ਹੈ। ਜੇ ਵਰਖਾ ਨਾ ਹੋਵੇ, ਮੀਂਹ ਨਾ ਪਵੇ, ਉਸ ਦਰਖਤ ਦੇ ਉੱਤੇ ਘੱਟਾ ਜੰਮ ਜਾਂਦਾ ਹੈ, ਪੱਤਿਆਂ ਦਾ ਰੰਗ ਫਿੱਕਾ ਪੈ ਜਾਂਦਾ ਹੈ, ਜਾਲਾ ਆ ਕੇ ਵਿੱਚ ਜੰਮ ਜਾਂਦਾ ਹੈ। ਇਸੇ ਤਰ੍ਹਾਂ ਦੇ ਨਾਲ ਜਿਹੜਾ ਮਨੁੱਖ ਆਪ ਮੁਹਾਰੇ ਬਹੁਤਾ ਭਜਨ ਸਿਮਰਨ ਕਰਦਾ ਹੋਵੇ, ਉਹਨੂੰ ਸਾਧ ਸੰਗਤ ਜੀ ਭਾਵੇਂ ਕੋਈ ਬਹੁਤਾ ਉਪਦੇਸ਼ ਦੇਣ ਦੀ ਲੋੜ ਨਹੀਂ, ਉਹਨੇ ਆਪ ਹੀ ਆਪ ਦਾ ਜੀਵਨ ਪਹਿਲਾਂ ਹੀ ਸੁਧਾਰਿਆ ਹੋਇਆ। ਲੇਕਿਨ ਸੰਗਤ ਕਰਨ ਦੀ ਲੋੜ ਹੈ। ਜੇ ਸੰਗਤ ਰੂਪ ਮੀਂਹ ਦੀ ਨਾ ਲੋੜ ਹੋਵੇ, ਸਾਧ ਸੰਗਤ ਜੀ ਨਾ ਪਵੇ, ਜੇਕਰ ਮੀਂਹ ਸੰਗਤ ਦਾ, ਹੋ ਸਕਦਾ ਹੈ ਉਹਦੇ ਉੱਪਰ ਵਿਸ਼ੇ ਵਿਕਾਰਾਂ ਦਾ ਜਾਲਾ ਜੰਮ ਜਾਏ, ਉਹਦੇ ਉੱਤੇ ਹੰਕਾਰ ਰੂਪ ਧੂੜ ਆ ਕਰਕੇ ਘਟਾ ਆ ਕੇ ਉਹਦੇ ਉੱਤੇ ਜੰਮ ਜਾਏ, ਸੁਭ ਗੁਣਾਂ ਦੇ ਉੱਪਰ। ਇਸੇ ਪ੍ਰਕਾਰ ਦੇ ਨਾਲ ਪ੍ਰੇਮ ਦਾ, ਪ੍ਰੇਮਾ ਭਗਤੀ ਦਾ ਰੰਗ ਫਿੱਕਾ ਵੀ ਪੈ ਸਕਦਾ ਹੈ। ਇਹ ਸੰਗਤ ਹੈ ਜਿੱਥੇ ਸਾਧ ਸੰਗਤ ਜੀ ਇੱਕ ਦੋ ਇੱਕ ਚੜ੍ਹਦੀਆਂ, ਕੌਣ ਜਾਣੇ ਮੇਰਾ ਨਾਉ ਜੀਓ। ਜਿਸ ਸੰਗਤ 'ਚ ਆ ਕੇ ਦੇਖੀਦਾ ਭਾਈ ਇਹਦਾ ਨੇਮ ਜ਼ਿਆਦਾ ਹੈ, ਇਹ ਕਿੰਨਾ ਸਤਿਗੁਰਾਂ ਦੇ ਭਾਵਨਾ ਰੱਖਦਾ ਹੈ, ਇਹਦਾ ਨਿਸ਼ਚਾ ਕਿੰਨਾ ਪ੍ਰਪੱਕ ਹੈ, ਇਹ ਸਤਿਗੁਰੂ ਮਹਾਰਾਜ ਦੀ ਕਿੰਨੀ ਵੱਧ ਚੜ੍ਹ ਕੇ ਸੇਵਾ ਕਰਦਾ ਹੈ। ਉਹ ਇੱਕ ਦੂਜੇ ਨੂੰ ਦੇਖ ਦੇਖ ਕੇ ਮਨ 'ਚ ਉਤਸ਼ਾਹ ਆਉਂਦਾ ਹੈ, ਤੇ ਨਾ ਦੇਖ ਮਨ ਚਾਉ ਉੱਠਦਾ ਹੈ ਮਨ ਅੰਦਰ ਚਾਅ, ਮੈਂ ਵੀ ਇਹਦੀ ਅਰਗੀ ਭਾਵਨਾ ਸਤਿਗੁਰਾਂ ਦੇ ਬਣਾਵਾ। ਆਪਣੀ ਦੇਖੋ ਕਿਸੇ ਦੀ ਇੱਕ ਦੂਜੇ ਨਾਲ ਭਾਵਨਾ ਨਹੀਂ ਮਿਲਦੀ, ਕੋਈ ਸਤਿਗੁਰਾਂ ਦੇ ਥੋੜ੍ਹੀ ਭਾਵਨਾ ਰੱਖਦਾ ਹੈ, ਕੋਈ ਸਤਿਗੁਰਾਂ ਦੇ ਬਹੁਤੀ ਭਾਵਨਾ ਰੱਖਦਾ ਹੈ। ਜਿਸ ਵਕਤ ਸਾਧ ਸੰਗਤ ਜੀ ਪਹਿਲੀ ਵਾਰ ਸਤਿਗੁਰੂ ਮਹਾਰਾਜ ਜੀ ਦੇ ਦਰਸ਼ਨ ਕੀਤੇ, ਉਦੋਂ ਕਿੰਨੀ ਜ਼ਿਆਦਾ ਭਾਵਨਾ ਸੀ ਕਿ ਦੂਜੀ ਵਾਰ ਸਾਡੀ ਉਹ ਭਾਵਨਾ ਰਹਿੰਦੀ ਹੈ। ਪਹਿਲੀ ਵਾਰ ਜਾਈਏ ਦਰਬਾਰ ਸਾਹਿਬ, ਹਜ਼ੂਰ ਸਾਹਿਬ ਦਰਸ਼ਨ ਕਰੀਏ, ਜਿਹੜੀ ਪਹਿਲੇ ਦਿਨ ਭਾਵਨਾ ਨਾਲ ਮੱਥਾ ਟੇਕੀਦਾ ਉਹ ਦੂਜੇ ਦਿਨ ਨਹੀਂ ਹੁੰਦੀ। ਆਪਣੀ ਭਾਵਨਾ ਸਦਾ ਇੱਕ ਥਾਂ ਖੜੀ ਨਹੀਂ ਰਹਿੰਦੀ, ਘਟ ਜਾਂਦੀ ਹੈ। ਕਿਸੇ ਮਹਾਂਪੁਰਖ ਨੂੰ ਪਹਿਲੇ ਦਿਨ ਮਿਲੀਏ, ਕਿੰਨੀ ਮਨ 'ਚ ਭਾਵਨਾ ਹੁੰਦੀ ਹੈ, ਕੁਝ ਸਮੇਂ ਬਾਅਦ ਜਦੋਂ ਮਿਲੀਏ ਉਹੀ ਭਾਵਨਾ ਦਾ ਸਤਾਰ ਪੱਧਰ ਹੇਠਾਂ ਚਲਾ ਜਾਂਦਾ ਹੈ। ਇਹ ਭਾਵਨਾ ਹਮੇਸ਼ਾ ਬਰਕਰਾਰ ਰਹਿ ਸਕਦੀ ਹੈ ਸੰਗਤ ਕੀਤਿਆਂ। ਇੱਕ ਦੂਜੇ ਨੂੰ ਭਾਵਨਾ ਵਾਲਿਆਂ ਨੂੰ ਦੇਖ ਦੇਖ ਕੇ, ਸੇਵਾ ਕਰਨ ਵਾਲੇ ਪ੍ਰੇਮੀਆਂ ਨੂੰ ਦੇਖ ਕੇ ਉਹ ਭਾਵਨਾ ਹਿਰਦੇ ਅੰਦਰ ਵੱਧਦੀ ਰਹਿੰਦੀ ਹੈ, ਘਟਦੀ ਨਹੀਂ।
लेकिन जेकर आप इकल्ले हो जाइए फिर वो भावना घट जाती है। ये संगत का साध संगत जी महात्म है। नह शीतलं चंद्र देव है, नह शीतलं बावन चंदन है, नह शीतलं शीतल तेड़, नानक शीतलं साध स्वजन है। गुरु अर्जन साहिब महाराज ने सहस्कृति के श्लोकों के बचन ਹਨ। संसार अंदर बड़ियां ठंड दी अस्थावां लोगों ने कथन कीतियां कहियां ने। कोई कहता है चंदन बड़ा शीतल हुंदा, वड्डा कड़ाहा भरिया होवे पानी का, थले मणा के हिसाब नाल लकड़ फूकी जाइए, उबलता हुए उस उबलते हुए पानी के कड़ाहे दे विच एक रत्ती मात्र जे चंदन पा दिए, झट सारे का सारा पानी ठर जाता है। जे विच बांह पा दिए बांह सड़ती नहीं। इन्ना शीतल साध संगत जी चंदन नूं मन्निया है, बावन चंदन। दूजे नंबर ते शीत रुत, ठंड की रुत नूं ठंडा मन्निया है। वैद हकीम लोग ਜਿਹੜੀਆਂ ठंड वालियां दवाइयां बनाते वो सियाल च बनाते, ਜਾਂ चंद्रमा ਦੀਆਂ किरणों ਨੂੰ ठंडा ਮੰਨਿਆ है। ਜਦੋਂ पूर्णमाशी ਹੁੰਦੀ, पूर्णमाशी ਦੀ ਰਾਤ ਨੂੰ ਪੁੰਨਿਆਂ ਨੂੰ ਸਾਧ ਸੰਗਤ चंद्रमा ਦੀ ਰੌਸ਼ਨੀ 'ਚ ਬੈਠ ਕੇ ਵੈਦ ਹਕੀਮ ਲੋਕ ਠੰਡ ਵਾਲੀਆਂ ਦਵਾਈਆਂ ਬਣਾਉਂਦੇ ਹਨ, ਜਿਨ੍ਹਾਂ ਨੇ ਖਾਦਿਆਂ ਠੰਡ ਪੈ ਜਾਂਦੀ ਹੈ। ਉਸ चंद्रमा ਨੂੰ ਵੀ ਠੰਡਾ ਮੰਨਿਆ है। श्री गुरु अर्जन देव महाराज ने पूछा, सच्चे पातशाह सबना दे हिरदे तपदे सड़ते रहते हैं, आ ठंड वाली वस्तुआं कहियां कि इन्हां नाल मन भी ठर जाता है? सतगुरां ने कहा, नहीं भाई गुरसिखो, नह शीतलं बावन चंदन है। नह शीतलं महाराज सच्ची का पातशाह कहने लगे, बावन चंदन ये शीतल नहीं है। नह शीतलं चंद्र देव है, नह शीतलं बावन चंदन है। बावन चंदन भी शीतल नहीं, चंद्रमा भी शीतल नहीं। जो चंद्रमा ठंड देने वाला होवे ते चंद साध संगत जी आप गौतम के घर जा करके क्यों कलंक लवाए? बिल्ला कुकड़ बन के बोलिया सी, इंद्र बिल्ला बन के गया सी, वाधा घटता क्यों रहे चंद्रमा? फिर इसे तरह के नाल नहीं शीतलं शीत रुतेन, ठंड की रुत नूं जे कोई ठंडा मने तो ठंड की रुत के अंदर भी लोग तड़पते रहते हैं। जिन्होंने साड़े की बीमारी होवे वो कितनी ठंड पैंदी हो सड़ती रहेंगे। फिर महाराज ठंड की ठंडा ये शीतलता कितों मिलती है? ठंड वाला स्थान किहड़ा है? सतगुरु महाराज जी कहते शीतलम साध स्वजन है। आ जी साध संगत है, साध पुरखों का संग है, ये साध संगत जी ठंड के स्थान देने वाला है। ये करके मन च बाणी च शरीर च हर थां ते ठंड प्राप्त हो जाती है। इत्थे आके गुणां नूं सिੱਖੀ ਤਾਂ संगत ही है। ਜਿਹੋ जी संगत किसी को प्राप्त हो जाए ਉਹੋ ਜਿਹਾ मनुख साध संगत जी बन जाता है। ये साध संगत का स्थान सब तो ਉੱਚਾ है। साध संगत अस्थान जगमग नूर है, लख लख ससिर भाण किरण ठरूर है। इत्थे आके सारे गुण मिल जाते हैं। इत्थे आके सिख लईदा है, जी कहीदा सब नूं भाई जी नाल बुलाईदा है। जे कोई जीओ कहे उन्हां को जम की तलब ना होई। श्री गुरु ग्रंथ साहिब महाराज के वचन हन, जे जी करके सबना नूं बुलाईए फिर जमा भी तलब नहीं हुंदी, जमा का भी डर नहीं रहिंदा, फिर वो भी चला जाता है। सो ऐसे शुभ गुण संगत अंदरों आके साध संगत जी सिੱਖੀ दे हन। माड़ी संगत च बैठिया कोई सीखण की लोड़ नहीं, आप ही सब माड़ियां गल्लां आ जांदियां हन। रहो विचार, ऐसी साध संगत का स्थान जिथे आके सब सुख मिलते, सब दियां कामना पूरियां हुंदियां, वो संगत आप जी बराजे हो, सतगुरां के दर्शन कर रहे हो। आओ जो सतगुरु महाराज ने श्री मुखवाक हुक्मनामा साहिब बख्शिया ਉਹਦੀ साध संगत जी ਆਪਾਂ विचार प्रारंभ करिए। सतनाम श्री वाहिगुरु साहिब जी। सूही महला पंजवा। सूही राग अंदर पंजवें स्वरूप धन सतगुरु गुरु अर्जन देव महाराज शहीदां दे सरताज, निमरता दे पुंज, शांति दे मुजस्मे सतगुरु जी बाणी दे बोहित ये पावन पवित्र श्री मुखवाक बख्शिश कर रहे हैं। गुरसिखा ने पूछा, सच्चे पातशाह साडी कल्याण किवें होवे?
ਸੰਸਾਰ ਅੰਦਰ ਲੋਕਾਂ ਨੇ ਬੜੇ ਕਰਮ ਧਰਮ ਦੱਸੇ ਨੇ। ਕੋਈ ਕਹਿੰਦਾ ਹੈ ਜਗ ਕਰੋ 101 ਤੁਹਾਡੀ ਮੁਕਤੀ ਹੋਵੇਗੀ, ਕੋਈ ਕਹਿੰਦਾ ਦਾਨ ਕਰੋ, ਕੋਈ ਕਹਿੰਦਾ ਧੂਣੀਆਂ ਪਾਓ, ਕੋਈ ਕਹਿੰਦਾ ਜਲ ਧਾਰਾ ਕਰੋ, ਕੋਈ ਯੋਗ ਅਭਿਆਸ ਨੂੰ ਤਰਜੀਹ ਦਿੰਦਾ ਹੈ, ਕੋਈ ਕਥਨ ਕਰਦਾ ਹੈ, ਕੋਈ ਕਰਮ ਕਰਨ ਨੂੰ ਕਹਿੰਦਾ ਹੈ। ਮਹਾਰਾਜ ਸਾਹਿਬ ਜੀ ਅਸੀਂ ਕੀ ਕਰੀਏ, ਕਿਹਦੇ ਕਰਕੇ ਸਾਡੀ ਕਲਿਆਣ ਹੋਵੇ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਉਚਾਰਦੇ ਹਨ, ਗੁਰਸਿੱਖੋ ਕਰਮ ਕਰਨੇ ਧਰਮ ਦੇ ਇਹ ਮਾੜਾ ਕੰਮ ਨਹੀਂ ਹੈ। ਧਰਮ ਦੇ ਕਰਮ ਜਿਤਨੇ ਧਾਰਮਿਕ ਗ੍ਰੰਥ ਹਨ, ਧਾਰਮਿਕ ਵਿਅਕਤੀ ਹਨ, ਜੋ ਸਾਧ ਸੰਗਤ ਦੁਨੀਆ ਦੇ ਧਰਮ ਬਣੇ ਹਨ, ਪਰਮਾਤਮਾ ਦੇ ਬਣਾਏ ਹੋਏ ਬਣੇ ਹਨ, ਉਹਨਾਂ 'ਚ ਜਿੰਨੇ ਕਰਮ ਕਥਨ ਕੀਤੇ ਨੇ ਉਹ ਕਰਨੇ ਮਾੜੇ ਨਹੀਂ। ਲੇਕਿਨ ਸਤਿਗੁਰੂ ਮਹਾਰਾਜ ਨੂੰ ਗੁਰਸਿੱਖਾਂ ਨੇ ਪੁੱਛਿਆ, ਸੱਚੇ ਪਾਤਸ਼ਾਹ ਲੇਕਿਨ ਉਹ ਧਰਮ ਦੇ ਕਰਮ ਕਰਦੇ ਹੋਏ ਲੋਕ ਵੀ ਦੁਖੀ ਦੇਖੀਦੇ ਹਨ, ਧਰਮ ਦੇ ਕਰਮ ਕਰਨ ਵਾਲੇ ਵੀ ਨਰਕਾਂ ਨੂੰ ਜਾਂਦਿਆਂ ਦੇਖੀਦਾ ਹੈ, ਇਹਦਾ ਕੀ ਕਾਰਨ ਹੈ। ਤਾਂ ਸਤਿਗੁਰੂ ਜੀ ਕਹਿੰਦੇ, ਗੁਰਸਿੱਖੋ ਸੁਣੋ, ਕਰਮ ਧਰਮ ਪਾਖੰਡ ਜੋ ਦਿਸ ਹੈ, ਜੋ ਕਰ ਧਰਮ ਦੇ ਕਰਮ ਪਾਖੰਡ ਸਹਿਤ ਕੀਤੇ ਹੋਏ ਦਿਸਣ, ਕਰਨ ਧਰਮ ਦੇ ਕਰਮਾਂ ਨੂੰ, ਲੇਕਿਨ ਜਿਹੜੇ ਪਖੰਡ ਦੇ ਸਹਿਤ ਇੱਕ ਦੂਜੇ ਨੂੰ ਦਿਖਾਉਣ ਵਾਸਤੇ, ਦੂਜੇ ਨੂੰ ਰਿਝਾਉਣ ਵਾਸਤੇ, ਦੂਜੇ ਨੂੰ ਖੁਸ਼ ਕਰਨ ਲਈ, ਦੂਜੇ ਨੂੰ ਫਸਾਉਣ ਵਾਸਤੇ ਕਰਨ, ਤਿੰਨ ਜਮ ਜਾ ਗਾਤੀ ਲੂਟੈ, ਉਹਨਾਂ ਕੀਤੇ ਹੋਏ ਸਾਰੇ ਸਕਾਮ ਕਰਮਾਂ ਨੂੰ ਜਾਮ ਜਾਂ ਗਾਤ ਨਾਲ ਹੁੰਦਾ ਕਰ ਟੈਕਸ ਦਾ, ਉਹ ਟੈਕਸ ਦੇ ਰੂਪ ਅੰਦਰ ਲੁੱਟ ਲੈਂਦੇ ਨੇ। ਕਰਮ ਧਰਮ ਪਾਖੰਡ ਜੋ ਦਿਸ ਹੈ, ਪਖੰਡ ਸਹਿਤ ਜਿਹੜੇ ਧਰਮ ਦੇ ਕਰਮ ਕੀਤੇ ਗਏ, ਜੋ ਦਿਸਣ ਚਾਹ ਰਹੇ ਨੇ ਦੂਜਿਆਂ ਨੂੰ ਪ੍ਰਸੰਨ ਕਰਨ ਵਾਸਤੇ। ਦਸਵੇਂ ਪਾਤਸ਼ਾਹ ਦੇ ਵੀ ਬਚਨ ਹਨ, ਭੇਖ ਦਿਖਾਏ ਜਗਤ ਕੋ ਲੋਗਨ ਕੋ ਬਸ ਕੀ। ਕਰਮ ਐਸੇ ਕਰਨੇ, ਸਰੀਰ ਤੇ ਸਾਧਨ ਵਾਲਾ ਲਿਬਾਸ ਧਾਰਨ ਕਰ ਲੈਣਾ, ਕਾਹਦੇ ਵਾਸਤੇ, ਲੋਗਨ ਕੋ ਬਸ ਕੀ, ਲੋਕਾਂ ਨੂੰ ਵਸ ਕਰਨ ਵਾਸਤੇ। ਇਹ ਮੇਰੇ ਮਗਰ ਲੱਗ ਜਾਣ, ਮੇਰੀ ਬਹੁਤੀ ਸਿੱਖੀ ਸੇਵਕੀ ਹੋ ਜੇ, ਮੈਨੂੰ ਲੋਕ ਪੂਜਣ ਲੱਗ ਪਏ। ਐਸਾ ਸਾਧ ਸੰਗਤ ਜੀ ਮਨ 'ਚ ਖਿਆਲ ਕਰਕੇ ਜਿਹੜਾ ਧਰਮ ਦੇ ਕਰਮ ਕਰਦਾ ਪਖੰਡ ਦੇ ਸਹਿਤ, ਉਹਨਾਂ ਦੇ ਕੀਤੇ ਹੋਏ ਸਾਰਿਆਂ ਕਰਮਾਂ ਨੂੰ ਲੋਕ ਜਮ ਰਸਤੇ 'ਚ ਲੁੱਟ ਲੈਂਦੇ ਨੇ। ਕਿਵੇਂ ਲੁੱਟ ਲੈਂਦੇ, ਜਦੋਂ ਜਮ ਲੈ ਕੇ ਜਾਂਦੇ ਜਮ ਮਾਰਗ ਤੇ, ਉਸ ਵਕਤ ਸਾਧ ਸੰਗਤ ਜੀ ਬੜੀ ਤ੍ਰੇਹ ਲੱਗਦੀ ਹੈ। ਸ਼ਾਸਤਰਾਂ 'ਚ ਬਚਨ ਲਿਖੇ ਹਨ, ਜਦੋਂ ਪਿਆਸ ਲੱਗਦੀ ਹੈ ਫਿਰ ਜੀਵ ਮੰਗਦਾ ਜਮਾਂ ਤੋਂ, ਪਾਣੀ ਦਾ ਮੈਨੂੰ ਘੁੱਟ ਦੇ ਦਿਓ, ਪਾਣੀ ਦਾ ਬਾਟਾ ਦਿਓ। ਉਦੋਂ ਜਮ ਕਹਿੰਦੇ, ਸਾਨੂੰ ਬਚਣ ਦੇ ਜ਼ਿੰਦਗੀ ਦੇ ਜਿੰਨੇ ਤੇਰੇ ਸਕਾਮ ਕਰਮ ਕੀਤੇ ਨੇ ਉਹ ਸਾਰੇ ਤੂੰ ਸਾਨੂੰ ਦੇ ਦੇ, ਤੈਨੂੰ ਅਸੀਂ ਪਾਣੀ ਦਾ ਕੌਲ ਦੇ ਦਿਆਂਗੇ। ਇੱਕ ਪਾਣੀ ਦੇ ਕੌਲੇ ਦੇ ਬਦਲੇ ਸਾਧ ਸੰਗਤ ਜੀ ਮਨੁੱਖ ਦੇ ਕੀਤੇ ਹੋਏ ਸਾਰੇ ਕਰਮ ਲੁੱਟ ਲੈਂਦੇ ਹਨ। ਥੋੜਾ ਜਿਹਾ ਜਲ ਦੇਣਾ ਤੇ ਉਹਦੇ ਬਦਲੇ ਜ਼ਿੰਦਗੀ ਦੇ ਸਾਰੇ ਕੀਤੇ ਪੁੰਨ ਕਰਮ ਲੈ ਲੈਣੇ। ਇਸ ਤਰ੍ਹਾਂ ਦੇ ਨਾਲ ਤਿੰਨ ਜਮ ਜਾ ਗਾਤੀ ਲੂਟੈ, ਜਦ ਲੋਕ ਜਾਗਾਤ ਟੈਕਸ ਲਾ ਕੇ ਲੁੱਟ ਲੈਂਦੇ ਹਨ ਰਸਤੇ ਦੇ ਵਿੱਚ। ਜੇ ਸੋ ਧਰਮਰਾਜ ਤੱਕ ਪਹੁੰਚਦਾ ਆਪਦੇ ਸਾਰੇ ਚੰਗੇ ਕਰਮ ਲੁਟਾ ਲੈਂਦਾ, ਪੱਲੇ ਰਹਿ ਜਾਂਦੇ ਨੇ ਮਾੜੇ ਕਰਮ, ਜਿਨ੍ਹਾਂ ਕਰਕੇ ਧਰਮਰਾਜ ਉਸ ਪੁਰਸ਼ ਨੂੰ ਸਾਧ ਸੰਗਤ ਜੀ ਨਰਕਾਂ 'ਚ ਪਾ ਦਿੰਦਾ ਹੈ। ਨਿਰਵਾਣ ਕੀਰਤਨ ਗਾਵੋ ਕਰਤੇ ਕਾ। ਮਹਾਰਾਜ ਸੱਚੇ ਪਾਤਸ਼ਾਹ ਜੀ ਫਿਰ ਅਸੀਂ ਕੀ ਕਰੀਏ। ਧਰਮ ਦੇ ਕਰਮ ਮਹਾਰਾਜ ਸਾਥੋਂ ਭਾਵਨਾ ਦੇ ਨਾਲ ਹੁੰਦੇ ਹੀ ਨਹੀਂ। ਜਿਉਂ ਧਰਮ ਦਾ ਕਰਮ ਕਰੀਦਾ, ਸੇਵਾ ਕਰੀਦਾ, ਮਨ 'ਚ ਕੋਈ ਨਾ ਕੋਈ ਐਸਾ ਖਿਆਲ ਆ ਹੀ ਜਾਂਦਾ ਹੈ, ਮਹਾਰਾਜ ਅਸੀਂ ਪਾਪੀ ਜੀਵ ਹਾਂ, ਜਨਮਾਂ ਜਨਮਾਂਤਰਾਂ ਦੇ ਸਾਡੇ ਪਾਪ ਕਰਮ ਕੀਤੇ ਸਾਡੇ ਮਨ ਤੇ ਕਾਲਕ ਦੀ ਤਰ੍ਹਾਂ ਜੰਮੇ ਪਏ ਨੇ। ਕਿੰਨਾ ਅਸੀਂ ਯਤਨ ਕਰੀਏ ਆਪਦੇ ਮਨ ਨੂੰ ਕਿੰਨਾ ਕੁ ਸੁੱਧ ਬਣਾਈਏ, ਤਾਂ ਵੀ ਮਹਾਰਾਜ ਕਰਮ ਕਰਦਿਆਂ, ਸੇਵਾ ਕਰਦਿਆਂ, ਭਜਨ ਕਰਦਿਆਂ, ਨਿਯਮ ਕਰਦਿਆਂ ਮਨ 'ਚ ਕੋਈ ਨਾ ਕੋਈ ਬੁਰਾ ਸੰਕਲਪ ਆ ਹੀ ਜਾਂਦਾ। ਸਾਡਾ ਕੀਤਾ ਕਰਦਿਆਂ ਸਭ ਵਿਅਰਥ ਹੋ ਜਾਂਦਾ ਹੈ। ਹੋਰ ਨਾ ਕੋਈ ਖਿਆਲ ਆਵੇ ਸਾਧ ਸੰਗਤ ਜੀ, ਹੰਕਾਰ ਹੀ ਆ ਜਾਂਦਾ, ਸੂਖਮ ਹੰਕਾਰ ਆ ਜਾਂਦਾ। ਕੋਈ ਜਪ ਕਰੇ, ਤਪ ਕਰੇ, ਸੇਵਾ ਕਰੇ, ਸਿਮਰਨ ਕਰੇ, ਕੋਈ ਨਾ ਕਰਦਾ ਹੋਵੇ, ਉਹਨੂੰ ਵੇਖ ਕੇ ਮਨ 'ਚ ਇਹੀ ਹੰਕਾਰ ਆ ਜਾਂਦਾ, ਤੂੰ ਚੰਗਾ ਤੇ ਮੈਂ ਹੀ ਹਾਂ, ਮੈਂ ਕਰਦਾ ਤੇ ਹਾਂ। ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਬਚਨ ਹਨ, ਤੀਰਥ ਵਰਤ ਅਰਦਾਨ ਕਰ ਮਨ ਮੈਂ ਧਰੈ ਗੁਮਾਨ, ਨਾਨਕ ਨਿਹ ਭਲ ਜਾਤ ਤੇ ਜਿਉ ਕੁੰਚਰ ਇਸਨਾਨ। ਕੁੰਚਰ ਹਾਥੀ ਨੂੰ ਕਹਿੰਦੇ। ਹਾਥੀ ਨਹਾ ਕੇ ਆਇਆ ਦਰਿਆ 'ਚੋਂ
ਬਾਹਰ ਨਿਕਲਦਿਆਂ ਸਾਰ ਆਪਣੀ ਸੁੰਡ 'ਚ ਗਾਰਾ ਭਰ ਕੇ ਆਪਣੇ ਸਰੀਰ ਤੇ ਪਾ ਲੈਂਦਾ। ਉਹ ਕੀਤਾ ਹੋਇਆ ਇਸ਼ਨਾਨ ਵਿਅਰਥ ਗਿਆ। ਇਸੇ ਤਰ੍ਹਾਂ ਸਤਿਗੁਰੂ ਮਹਾਰਾਜ ਕਹਿੰਦੇ ਧਰਮ ਕਰਕੇ, ਬਹੁਤੇ ਕਰਮ ਕਰਤੇ, ਤੀਰਥ ਯਾਤਰਾ, ਭਜਨ ਸਿਮਰਨ, ਨੇਮ ਸੇਵਾ ਕਰਕੇ ਹੰਕਾਰ ਜਿਹੜਾ ਕਰ ਲੈਣਾ, ਉਹਦੇ ਕਰਕੇ ਸਭ ਕੁਝ ਨਿਸ਼ਫਲ ਚਲਾ ਜਾਂਦਾ ਹੈ। ਗਰੀਬ ਨਵਾਜ, ਅਸੀਂ ਹੰਕਾਰੀ ਹਾਂ ਜੀਵ, ਅਸੀਂ ਪੈਰ ਪੈਰ ਤੇ ਭੁੱਲ ਜਾਂਦੇ ਹਾਂ, ਅਸੀਂ ਕੀ ਕਰੀਏ? ਤਾਂ ਮਹਾਰਾਜ ਕਹਿੰਦੇ ਗੁਰਸਿੱਖੋ, ਨਿਰਬਾਣ ਕੀਰਤਨ ਗਾਵੋ ਕਰਤੇ ਕਾ। ਨਿਰਬਾਣ, ਬਾਣ ਨਾਮ ਆਦਤ ਦਾ ਹੈ। ਆਦਤਾਂ ਤੋਂ ਰਹਿਤ ਕੌਣ ਹੈ? ਉਹ ਪਰਮੇਸ਼ਰ ਹੈ ਪਰਿਪੂਰਨ। ਨਿਰਬਾਣ, ਬਾਣ ਇਸਤਰੀ ਤੋਂ ਰਹਿਤ ਹੈ ਪਰਮਾਤਮਾ ਜਿਹੜਾ। ਬਾਣ ਲੈਤਾ ਨਾਸ਼ ਹੋਣ ਤੋਂ ਜਿਹੜਾ ਨਿਰ ਰਹਿਤ ਹੈ ਵਾਹਿਗੁਰੂ, ਉਸ ਪਰਮਾਤਮਾ ਦਾ ਕੀਰਤਨ ਗਾਵੋ। ਉਹਦਾ ਕੀਰਤਨ ਗਾਓ। ਸਤਿਗੁਰਾਂ ਦੀ ਗੁਰਬਾਣੀ ਦੇ ਕੀਰਤਨ ਨੂੰ ਕੀਰਤਨ 'ਚ ਪਾ ਪਾ ਕੇ ਸ਼ਬਦ ਗਾਵੋ। ਕਰਤੇ ਕਾ, ਜਿਹੜਾ ਕਰਨ ਵਾਲਾ ਹੈ ਸਭਨਾਂ ਨੂੰ, ਕਰਤਾ ਪੁਰਖ ਪਰਮਾਤਮਾ ਜੋ ਹੈ, ਉਹਦਾ ਕੀਰਤਨ ਗੁਰਸਿੱਖੋ ਗਾਵੋ। ਰਾਤ ਨੂੰ ਬਰਾਜਨ ਵਕਤ ਵੀ ਆਪਾਂ ਇਹੀ ਅਰਦਾਸ ਕਰਕੇ ਪੈਂਦੇ ਹਾਂ, ਸਾਧ ਸੰਗਤ ਜੀ ਪੜ੍ਹਦੇ ਹਾਂ। ਸੋਰਠ ਮਹੱਲਾ ਪੰਜਵਾ। ਮਨ ਮਹਿ ਚਿਤੁ ਚਿਤੁਮਨੀ, ਉਦਮ ਕਰੋ ਓਠ ਨੀਤ, ਹਰ ਕੀਰਤਨ ਕਾ ਆਹਰੋ, ਹਰ ਦੇਹੋ ਨਾਨਕ ਕੇ ਨੀਤ। ਮਹਾਰਾਜ ਸਾਹਿਬ ਜੀ ਸਾਨੂੰ ਕੀਰਤਨ ਦਾ ਆਹਰ ਦਿਓ, ਢੰਗ ਦਿਓ, ਅਸੀਂ ਕੀਰਤਨ 'ਚ ਲੱਗੇ ਰਹੀਏ। ਨਿਮਕ ਸਿਮਰਤ ਜਿਤ ਛੂਟੈ, ਕੀ ਲਾਭ ਹੋਏਗਾ? ਸਤਿਗੁਰੂ ਜੀ ਕਹਿੰਦੇ ਇੱਕ ਨਿਮਕ ਮਾਤਰ ਅੱਖ ਦੇ ਖੋਲਣ ਵਿਚਨ ਜਿੰਨੇ ਸਮੇਂ ਦੇ ਵਿੱਚ ਪਰਮੇਸ਼ਰ ਨੂੰ ਕੀਰਤਨ 'ਚ ਪਾ ਕੇ ਸਿਮਰਦਿਆਂ ਛੁੱਟ ਜਾਈਦਾ ਹੈ। ਛੁੱਟ ਜਾਓਗੇ। ਜਿਨ੍ਹਾਂ ਨੇ ਕੀਰਤਨ ਕੀਤਾ ਉਹ ਛੁੱਟ ਗਏ। ਕੀਰਤਨ ਕੀਤਾ ਸਾਧ ਸੰਗਤ ਜੀ ਬਾਬਾ ਆਲਾ ਸਿੰਘ ਜੀ ਨੇ, ਭਾਈ ਵਿਰਸਾ ਸਿੰਘ ਜੀ ਨੇ, ਅੰਮ੍ਰਿਤਸਰ ਦਰਬਾਰ ਸਾਹਿਬ ਬਾਬਾ ਸ਼ਾਮ ਸਿੰਘ ਅਟਾਰੀ ਜੀ ਨੇ ਕੀਰਤਨ ਕੀਤਾ। 72 ਸਾਲ ਲਗਾਤਾਰ ਬਾਬਾ ਸ਼ਾਮ ਸਿੰਘ ਜੀ ਨੇ ਇੱਕ ਦਿਨ ਵੀ ਬਿਨਾਂ ਨਾਗੇ ਤੋਂ ਸਾਧ ਸੰਗਤ ਜੀ ਕੀਰਤਨ ਕੀਤਾ। ਤੇ ਇੰਨਾ ਬਰਾਗ ਦੇ ਵਿਰਤੀ, ਤਿਆਗ ਦੇ ਵਿਰਤੀ ਰੱਖੀ ਸੀ। ਕਦੀ ਕਿਸੇ ਤੋਂ ਮਾਇਆ ਨਹੀਂ ਸਨ ਲਿਆ ਕਰਦੇ, ਤੇ ਘਰ ਅੰਦਰ ਇੰਨੀ ਗਰੀਬੀ ਰੱਖੀ ਕਿ ਘਰ ਲੋਹੇ ਦਾ ਤਵਾ ਵੀ ਨਹੀਂ ਸੀ ਰੱਖਦੇ। ਆ ਘੜਾ ਚਾਟੀ ਇਹ ਟੁੱਟ ਜਾਂਦੀ ਤੇ ਉਹਦਾ ਚਿੱਪਰ ਲੈ ਕੇ ਮੁੱਦਾ ਮਾਰ ਕੇ ਥੱਲੇ ਚੁੱਲ੍ਹ ਬਾਲ ਕੇ ਉਹਦੇ ਤੇ ਪ੍ਰਸ਼ਾਦਾ ਪਕਾਇਆ ਕਰਦੇ। ਲੋਹੇ ਦਾ ਤਵਾ ਵੀ ਨਹੀਂ ਸੀ ਰੱਖਿਆ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਸਾਹਿਬ ਨੂੰ ਪਤਾ ਲੱਗਾ ਬਾਬਾ ਸ਼ਾਮ ਸਿੰਘ ਹਰੀ ਬੜਾ ਭਾਰੀ ਕੀਰਤਨ ਕਰਦੇ ਨੇ, ਇਹਨਾਂ ਨੂੰ ਇਹਨਾਂ ਦੇ ਘਰ ਗਰੀਬੀ, ਇਹਨਾਂ ਨੂੰ ਮਾਇਆ ਦਈਏ ਤੇ ਇਹਨਾਂ ਦੀ ਗਰੀਬੀ ਚਲੀ ਜਾਏ। ਆਏ ਜਿਸ ਵਕਤ ਅੰਮ੍ਰਿਤਸਰ ਸਾਹਿਬ ਦਰਬਾਰ ਸਾਹਿਬ ਦਰਸ਼ਨ ਕੀਤੇ, ਵਿਚਾਰ ਕੀਤੀ, ਇਹਨਾਂ ਨੂੰ ਮਾਇਆ ਦੇ ਜਾਂਦੇ ਹਾਂ। ਪਤਾ ਲੱਗਾ ਬਾਬਾ ਜੀ ਨੂੰ ਕਿ ਸ਼ੇਰੇ ਪੰਜਾਬ ਮਾਇਆ ਤੇ ਇਹਨਾਂ ਆ ਰਹੇ ਨੇ। ਘਰ ਬੰਦ ਕਰਕੇ ਕਿਧਰੇ ਅੰਮ੍ਰਿਤਸਰ ਸਾਹਿਬ ਗੁਪਤੀ ਹੋ ਗਏ, ਲੋਕੀ ਗਏ, ਚਲੇ ਗਏ। ਕਹਿਣ ਲੱਗੇ ਨਹੀਂ, ਸ਼ੇਰੇ ਪੰਜਾਬ ਦੇ ਮੱਥੇ ਨਹੀਂ ਲੱਗਣਾ। ਜੇ ਇਹਨੇ ਮਾਇਆ ਦੇ ਦਿੱਤੀ, ਮਾਇਆ 'ਚ ਪਰਚ ਜਾਣਗੇ, ਗੁਰੂ ਘਰ ਦਾ ਕੀਰਤਨ ਨਹੀਂ ਹੋਣਾ। ਇਸ ਤਰ੍ਹਾਂ ਸਾਧ ਸੰਗਤ ਜੀ ਗਰੀਬੀ ਰੱਖ ਕੇ, ਮਨ ਅੰਦਰ ਨਿਮਰਤਾ ਰੱਖ ਕੇ, ਵਿਰਾਗ ਦੀ ਬਿਰਤੀ ਧਾਰਨ ਕਰਕੇ 72 ਸਾਲ ਬਿਨਾਂ ਨਾਗੇ ਤੋਂ ਕੀਰਤਨ ਕੀਤਾ ਸੀ। ਐਸਾ ਜਿਹੜੇ ਗੁਰਸਿੱਖ ਕੀਰਤਨ ਕਰਨ ਵਾਲੇ, ਨਿਰਵਾਣ ਕੀਰਤਨ ਗਾਵੋ ਕਰਤੇ ਕਾ। ਨਿਮਕ ਸਿਮਰਤ ਜਿਤ ਛੂਟੈ, ਪਰਮੇਸ਼ਰ ਦਾ ਸਿਮਰਨ ਕਰਦੇ ਨਿਮਕ ਸਮੇਂ 'ਚ ਉਹਨਾਂ ਦਾ ਛੁਟਕਾਰਾ ਹੋ ਜਾਂਦਾ ਹੈ। ਸੰਤ ਹੋ ਸਾਗਰ ਪਾਰ ਉਤਰੀਐ। ਗੁਰੂ ਮਹਾਰਾਜ ਸਾਹਿਬ ਜੀ ਕਹਿੰਦੇ ਗੁਰਸਿੱਖੋ, ਸੰਤਾਂ ਮਹਾਤਮਾ ਦੀ ਸੰਗਤ ਕਰਕੇ, ਸੰਤਾਂ ਦਾ ਸੰਗ ਕਰਕੇ ਆ ਸੰਸਾਰ ਸਮੁੰਦਰ ਵਰਗਾ ਹੈ, ਇਹਦੇ ਤੋਂ ਪਾਰ ਉਤਰ ਜਾਈਦਾ ਹੈ। ਸੰਸਾਰ ਸਮੁੰਦਰ ਵਰਗਾ ਕਿਉਂ ਕਹਿਆ? ਆ ਦਰਿਆ ਸਮੁੰਦਰ ਦੇ ਕਿਨਾਰੇ ਤੇ ਜਾ ਕੇ ਦੂਰ ਦ੍ਰਿਸ਼ਟੀ ਨਾਲ ਦੇਖੀਦਾ, ਜਿੱਥੋਂ ਤੱਕ ਨਿਗਾਹ ਪਏ ਸਮੁੰਦਰ ਹੀ ਸਮੁੰਦਰ ਹੈ। ਬੜਾ ਡਰ ਹੁੰਦਾ, ਇੱਕ ਵਾਰ ਜਿਹੜਾ ਵਿੱਚ ਪੈ ਜੇ ਉਹਦਾ ਸਾਥ ਸੰਗਤ ਜੀ ਬਚਣਾ ਬੜਾ ਕਠਿਨ ਹੈ। ਸਮੁੰਦਰ 'ਚ ਘੁੰਮਣ ਘੇਰੀਆਂ ਹਨ, ਬੜੇ ਬੜੇ ਖਤਰਨਾਕ ਵਿੱਚ ਜਾਨਵਰ ਰਹਿੰਦੇ ਨੇ, ਉਹ ਮਨੁੱਖ ਨੂੰ ਖਤਮ ਕਰ ਦਿੰਦੇ। ਇਸੇ ਤਰ੍ਹਾਂ ਸੰਸਾਰ ਹੈ, ਇਹ ਵੀ ਅਥਾਹ ਸਮੁੰਦਰ ਵਰਗਾ ਬੜਾ ਵੱਡਾ ਹੈ। ਇਹਦੇ ਅੰਦਰ ਸਾਧ ਸੰਗਤ ਜੀ ਈਰਖਾ ਦੀਆਂ, ਵੈਰ ਵਿਰੋਧ ਦੀਆਂ, ਕਾਮ ਕ੍ਰੋਧ ਦੀਆਂ, ਇਹ ਬੜੀਆਂ ਘੁੰਮਣ ਘੇਰੀਆਂ ਪਈਆਂ ਸਨ। ਇਹਦੇ ਅੰਦਰ ਸ਼ਬਦ, ਸਪਰਸ਼, ਰੂਪ, ਰਸ, ਗੰਧ, ਇਹ ਜਿਹੜੇ ਵਿਸ਼ੇ ਨੇ, ਇਹਦੀਆਂ ਦੇ ਜੀਵ ਜੰਤੂ ਹਨ। ਜਿਹੜਾ ਇਹਨਾਂ ਦੇ ਇੱਕ ਵਾਰੀ ਅੜਿੱਕੇ ਚੜ ਜਾਏ, ਇਹਨਾਂ ਦੇ ਕਾਬੂ ਆ ਜਾਏ, ਉਹਦਾ ਸਾਧ ਸੰਗਤ ਜੀ ਬੜਾ ਔਖਾ ਹੈ ਭਲਾ ਹੋਵੇ।
हाँ, गुरु की संगत, गुरु का शब्द ये जहाज वर्गा है। जेड़ा कोई इस संसार समुद्र तो गुरु के जहाज चढ़ जाए, संगत अंदर आके बैठ जाए, वो साध संगत जी पार उतरी है, वो पार उतर जाता है। महाराज किवें संगत च बराजीदा है, किवें गुरु के आसरे लगीदा है? कहते संत हो, संतां महापुरखां दे साध संगत जी आसरे करके उन्हां दी संगत कीतिया। जे को बचन कमावै संतन का, सो गुर प्रसादी तरिया। जे कोई बचन कमाव लए संतां दा, ਉਹਦੇ ਤੇ ਗੁਰੂ ਮਹਾਰਾਜ ਦੀ ਪ੍ਰਸਾਦ ਕਿਰਪਾ ਹੁੰਦੀ ਤੇ ਗੁਰੂ ਕਿਰਪਾ ਦੇ ਨਾਲ ਉਹ ਤਰ ਜਾਂਦਾ ਪੁਰਖ। ਅੱਜ ਕੱਲ੍ਹ ਦੇ ਕਈ ਪੁਰਾਣੀ ਇਆਣ ਮਤ ਵਾਲੇ ਕਹਿੰਦੇ ਜੀ ਸੰਤ ਨਹੀਂ ਹੁੰਦੇ, ਇਹ ਜਿਹੜਾ ਸੰਤਾਂ ਦਾ ਵਚਨ ਕਹਿੰਦੇ ਹਨ ਇਹ ਝੂਠ ਹੈ, ਸੰਤ ਪਰਮੇਸ਼ਰ ਹੀ ਜਾਂ 10 ਪਾਤਸ਼ਾਹ ਜਾਂ ਸੰਧੂ ਹੋਰ ਕੋਈ ਸੰਤ ਹੀ ਨਹੀਂ ਹੈ। ਆਹ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਅੰਦਰ 5ਵੇਂ ਪਾਤਸ਼ਾਹ ਆਪ ਵਚਨ ਕਰ ਰਹੇ ਹਨ। संत हो सागर पार उतरिया, जे को बचन कमावै संतन का, सो गुर प्रसादी तरिया। बचन कमाना साध संगत जी बड़ा जरूरी है। संतां दा बचन एक ते दृष्टि ही पै जाए। अकाल पुरख परमेश्वर दे 4 अस्थान दसे ने, वसन ते परमात्मा 4 थावां ते रहिंदा। एक दे अकाल पुरख वाहिगुरु परमेश्वर संतां दी निगाह दे विच रहिंदा है। जिन्हां वल संत महात्मा सवली निगाह नाल तक लैण साध संगत जी उन्हां दा ही उतारा पार उतारा हो जांदा है। एक परमेश्वर उन्हां दे मस्तक दे विच रहिंदा है, एक परमात्मा उन्हां दे हिरदे अंदर रहिंदा है ते एक उन्हां दी संगत अंदर रहिंदा है। ये 4 स्थान हन। जे को बचन कमावै संतन का, हाँ ये जरूर है कि वो संत होवे सही। जिन्हां सास ग्रास ना विसरै, हर नामा मन मानत, धन से सही नानका पूरन सोई संत। संत वही है जिहड़ा साध संगत जी हर आउंदे जांदे सवास नाल परमेश्वर नूं चेते रखदा होवे। केवल वस्त्र धारण करके कोई अस्थान बना के 4 चेले रख ले, ਉਹਨੂੰ ਆਪਾਂ ਸੰਤ ਨਹੀਂ ਗਿਣ ਸਕਦੇ। ਸੰਤ ਦੇ ਸਤਿਗੁਰੂ ਮਹਾਰਾਜ ਨੇ ਲੱਛਣ ਵੀ ਕਥਨ ਕੀਤੇ ਨੇ ਸਹਿਸਕ੍ਰਿਤੀ ਦੇ ਸ਼ਲੋਕਾਂ 'ਚ। ਮੰਤਰਨ ਰਾਮ ਰਾਮ ਨਾਮੰ ਧਿਆਨੰ ਸਰਬਤਰ ਪੂਰਨ ਹੈ। ਪਟਿਆਲੇ ਦਾ ਰਾਜਾ ਭੁਪਿੰਦਰ ਸਿੰਘ ਇੱਕ ਵਾਰ ਸਾਧ ਸੰਗਤ ਜੀ ਮਨ 'ਚ ਨੇ ਵਿਚਾਰ ਕੀਤੇ, ਸੋਚਿਆ ਕੋਈ ਐਸਾ ਸੰਤ ਹੋਏ ਮਹਾਤਮਾ, सतगुरु महाराज के बचन हर परमात्मा संतां दे पास, संतां दे हिरदियां च रहिंदा ते जिस दे हिरदे च परमेश्वर रहिंदा होए फिर उहदी संगत कीतियां हिरदा ठर जाना चाहिए। मेरे मन च हर वक्त बड़ा साड़ा पिया रहिंदा, मैं की करा? लभो कोई ऐसा संत होवे जिहदी संगत कीतियां मन शांत हुंदा, नाले पता लग जाएगा सच्ची करामात हुंदी है संतां दी संगत अंदर। पता किया, कहने लगे जी गंगानगर के पास एक महात्मा बड़े विरक्त साधु ने, वो बाहर बाहर रहिंदे, किसी को मिलते नहीं, लेकिन कोई आप चला जाए फिर दर्शन देने के वचन नहीं करते। चला गया, जिस वक्त नेड़े पहुंचा मन च विचार आया, ये भी सुनिया गुरबाणी राही भी परमात्मा संतां दे निगाह च भी वसदा है। जे मेरे ते निगाह पै गई मेरा मन ते तां ही शांत हो जाएगा। मैं दर्शन भी नहीं करने, बिना दर्शना तो देखदा कि मेरा मन टिकदा है कि नहीं टिकदा। ये विचार करके जिस साध संगत जी कुटिया च संत महात्मा जी रहा करते, अंदर सन संत ते ये बार बार पिछले बन्ने जाके बैठ गया। जदों बैठा इन्ना मन टिकिया, इन्ना मन टिकिया, किन्ना लम्मा समा उत्थे ही बैठा रहा, दर्शन ना कर सकिया। उठ के वापस आ गया, कहने लगा मेरे बड़े पाप कर्म, मैं शंका किया, मैं दर्शन भी नहीं किए, वचन भी नहीं सुने, ते मेरा मन कितना टिक गया, शांत हो गया है। वो हन साध संगत जी संत जिन्हां दे दर्शन की, जिन्हां दे पास जाके बैठिए, दूजे कमरे च जेकर बैठे हों ते पास के कमरे च बैठे मन टिक जाए, ये उन्हां दी वडियाई है।
ਜੇ ਕੋ ਬਚਨ ਕਮਾਵੇ ਸੰਤਨ ਕਾ, ਕੋਈ ਸੰਤਾਂ ਦਾ ਬਚਨ ਕਮਾ ਲੇ। ਇੱਕ ਮਹਾਤਮਾ ਸਨ ਬੜੇ ਭਜਨਾਨੰਦੀ, ਨਗਰ ਦੇ ਬਾਹਰ ਉਹਨਾਂ ਦਾ ਅਸਥਾਨ ਤੇ ਲੋਕ ਜਾਇਆ ਕਰਨ, ਉਹਨਾਂ ਤੋਂ ਪਰਮੇਸ਼ਰ ਦੇ ਭਜਨ ਦੇ ਸਿਮਰਨ ਦੇ ਬਚਨ ਸੁਣਿਆ ਕਰਨ, ਕਥਾ ਸੁਣਿਆ ਕਰਨ। ਬੜੀਆਂ ਲੋਕਾਂ ਦੇ ਸਾਧ ਸੰਗਤ ਜੀ ਵਕਾਰ ਮਿਲ ਗਏ। ਇੱਕ ਪਿੰਡ ਦਾ ਊੜ ਮਤ ਦਾ ਵਿਅਕਤੀ, ਉਹਦਾ ਹੋਰ ਕੋਈ ਕੰਮ ਨਾ ਚੱਲਿਆ। ਉਹ ਕਹਿਣ ਲੱਗਾ ਚਲੋ ਇਹ ਬਾਕੀ ਲੋਕਾਂ ਦੀ ਕਲਿਆਣ ਹੋਏ, ਬਾਕੀ ਸਭਨਾਂ ਦੇ ਕਾਰਜ ਸੌਰ ਕੇ ਮੈਂ ਵੀ ਸੰਤਾਂ ਦੇ ਪਾਸ ਜਾਵਾਂ, ਮੇਰਾ ਵੀ ਕੋਈ ਕੰਮ ਬਣ ਜਾਏਗਾ। ਉਹ ਗਿਆ ਸੰਤਾਂ ਦੇ ਪਾਸ, ਸੰਤਾਂ ਦੀ ਕਥਾ ਸੁਣੀ, ਕਹਿਣ ਲੱਗਾ ਮਹਾਤਮਾ ਜੀ ਮੈਨੂੰ ਆਪ ਦੇ ਪਾਸ ਹੀ ਰੱਖ ਲਓ। ਸੰਤ ਦਾ ਸੁਭਾਅ ਦੇਖ ਕੇ ਜਾਣ ਗਏ ਕਿ ਇਹਦੀ ਐਸੀ ਮਤ ਨਹੀਂ, ਇਹ ਛੇਤੀ ਆਪਦੇ ਮਤ ਨੂੰ ਬਦਲਣ ਵਾਲਾ ਵਿਅਕਤੀ ਨਹੀਂ ਹੈ, ਬੜਾ ਕ੍ਰੋਧੀ ਹੈ, ਵਿਸ਼ਈ ਹੈ। ਸੰਤ ਕਹਿਣ ਲੱਗੇ ਗੁਰਸਿੱਖਾ ਗੁਰਮੁਖਾ ਤੂੰ ਆਪਦੇ ਘਰ ਰਹੋ, ਨਗਰ 'ਚ ਰਹੋ, ਪਰਮੇਸ਼ਰ ਦਾ ਰਾਮ ਰਾਮ ਦਾ ਭਜਨ ਕਰ, ਸਿਮਰਨ ਕਰ, ਤੇਰੀ ਕਲਿਆਣ ਹੋਵੇਗੀ। ਸਾਡੇ ਪਾਸ ਕੀ ਕਰੇਗਾ ਤੂੰ ਰਹਿ ਕੇ? ਸਾਡੇ ਪਾਸ ਅੱਗੇ ਬੜੇ ਸਿੱਖ ਸੇਵਕ ਰਹਿੰਦੇ ਹਨ, ਵਿਦਿਆਰਥੀ ਰਹਿੰਦੇ, ਜਿੰਨਾ ਡੇਰੇ ਦਾ ਕੰਮ ਹੈ ਉਹ ਕਰ ਲੈਂਦੇ, ਤੂੰ ਜਾ। ਮੰਨਿਆ ਨਾ, ਕਹਿਣ ਲੱਗਾ ਨਾ ਮਹਾਰਾਜ ਮੈਂ ਸਭ ਕੁਝ ਤਿਆਗ ਕੇ ਆਇਆ, ਮੈਨੂੰ ਤੇ ਆਪਦੇ ਪਾਸ ਹੀ ਰੱਖੋ। ਰਹਿਣ ਲੱਗ ਪਿਆ। ਕੁਝ ਦਿਨ ਗੁਜ਼ਰੇ, ਸੰਤਾਂ ਨੇ ਆਪਦੇ ਇੱਕ ਨਜ਼ਦੀਕੀ ਸਿੱਖ ਨੂੰ ਕਿਹਾ ਕਿ ਭਾਈ ਇੱਕ ਲੋਹੇ ਦਾ ਭਾਂਡਾ ਲਿਆ ਤੇ ਉਸ ਲੋਹੇ ਦੇ ਭਾਂਡੇ ਦੇ ਵਿੱਚ ਪਤਾ ਨਾ ਲੱਗੇ ਐਸਾ ਬਰੀਕ ਕਾਗਜ਼ ਮੋਮਜਾਮਾ ਲਾ ਦੇ। ਉਹ ਲਾ ਕੇ ਸਾਧ ਸੰਗਤ ਜੀ ਸੰਤਾਂ ਪਾਸ ਰੱਖ ਗਿਆ। ਜਿਹੜਾ ਨਵਾਂ ਚੇਲਾ ਆਇਆ ਬਣਿਆ ਸੀ ਉਹਨੂੰ ਬੁਲਾ ਕੇ ਕਹਿਣ ਲੱਗੇ ਆਹ ਦੇਖ ਲੋਹੇ ਦਾ ਭਾਂਡਾ ਹੈ ਤੇ ਆਹ ਸਾਡੇ ਪਾਸ ਪਾਰਸ ਦੀ ਵੱਟੀ ਹੈ, ਕਿਉਂ ਕਰ ਇਸ ਪਾਰਸ ਦੀ ਵੱਟੀ ਨੂੰ ਲੋਹੇ ਦੇ ਭਾਂਡੇ 'ਚ ਰੱਖ ਕੇ ਕਿਤੇ ਲੁਕੋ ਕੇ ਤਾਲਾ ਲਾ ਕੇ ਚਾਬੀ ਆਪਦੇ ਪਾਸ ਰੱਖ ਲੈ। ਉਹਨੇ 7 ਵਜਨ ਕਿਹਾ, ਭਾਂਡਾ ਲਿਆ, ਉਹਦੇ ਵਿੱਚ ਪਾਰਸ ਦੀ ਵੱਟੀ ਰੱਖੀ, ਜਾ ਕੇ ਅਲਮਾਰੀ 'ਚ ਰੱਖ ਕੇ ਬੰਦ ਕਰਕੇ ਚਾਬੀ ਆਪਦੇ ਪਾਸ ਰੱਖਿਆ ਕਰੇ। 10-12 ਸਾਲ ਗੁਜ਼ਰ ਗਏ। ਉਹਦੇ ਮਨ ਨੂੰ ਸੰਗਤ ਕਰਦਿਆਂ ਕਰਦਿਆਂ ਸ਼ਾਂਤੀ ਨਾ ਆਈ। ਕਬੀਰ ਸਾਹਿਬ ਦੇ ਵੀ ਬਚਨ ਹਨ, ਕਬੀਰ ਸਾਚਾ ਸਤਿਗੁਰ ਕਿਆ ਕਰੇ, ਜੋ ਸਿੱਖਾ ਮੈਨੂੰ ਚੂਕ, ਅੰਧੇ ਏਕ ਨਾ ਲਾਗੇ ਜੋ ਬਾਂਸ ਵਜਾਈਆ ਫੂਕ। ਬਾਂਸ ਦਾ ਜਿਹੜਾ ਬਾਂਸ ਹੁੰਦਾ ਸਾਧ ਸੰਗਤ ਜੀ ਵਿੱਚੋਂ ਖਾਲੀ ਹੁੰਦਾ, ਇੱਕ ਪਾਸੇ ਫੂਕ ਮਾਰੇ ਦੂਜੇ ਪਾਸੇ ਹਵਾ ਨਿਕਲ ਜਾਂਦੀ, ਬਾਂਸ ਤੇ ਕੋਈ ਅਸਰ ਨਹੀਂ ਹੁੰਦਾ। ਇਸੇ ਤਰ੍ਹਾਂ ਜਿਨ੍ਹਾਂ ਦੇ ਮਨ ਬਾਂਸ ਵਰਗੇ ਹੋਣ, ਜਿਹੜੇ ਇੱਕ ਕੰਨ 'ਚੋਂ ਸੁਣਨ ਦੂਜੇ ਕੰਨ 'ਚੋਂ ਕੱਢ ਦੇ ਧਾਰਨੀ ਨਾ ਕਰਨ, ਉਹਨਾਂ ਨੂੰ ਜਿੰਨਾ ਮਰਜ਼ੀ ਉਪਦੇਸ਼ ਦੇਈ ਜਾਈਏ ਉਹਨਾਂ ਦਾ ਕੋਈ ਅਸਰ ਨਹੀਂ ਹੁੰਦਾ। ਬਾਂਸ ਆਪਸ 'ਚ ਰਗੜ ਕੇ ਅੱਗ ਪੈਦਾ ਕਰਕੇ ਸਾਰੇ ਜੰਗਲ ਨੂੰ ਸਾੜ ਦਿੰਦਾ। ਇਸੇ ਤਰ੍ਹਾਂ ਸਾਧ ਸੰਗਤ ਜੀ ਆਪਸ ਦੇ ਵਿੱਚੋਂ ਦੀ ਈਰਖਾ ਕਰਕੇ ਆਪਦੇ ਸਾਰੀ ਕੁਲ ਨੂੰ ਨਾਸ਼ ਕਰ ਦੇਣਾ, ਉਹ ਬਾਂਸ ਵਰਗਿਆਂ ਦਾ ਵੀ ਕਿਤੇ ਭਲਾ ਨਹੀਂ ਹੁੰਦਾ। ਫਿਰ ਬਾਂਸ ਉੱਚਾ ਬੜਾ ਹੁੰਦਾ, ਇਸੇ ਤਰ੍ਹਾਂ ਉਹ ਲੋਕ ਹੰਕਾਰੀ ਹੋ ਜਾਂਦੇ ਹਨ। ਜਿਸ ਵਕਤ 12 ਸਾਲ ਗੁਜ਼ਰ ਗਏ, ਉਹਦਾ ਜੀਵਨ ਬਿਲਕੁਲ ਹੀ ਨਾ ਬਦਲਿਆ, ਨਾ ਉਹਦੇ ਵਿਕਾਰ ਛੁੱਟੇ, ਨਾ ਉਹਦਾ ਕ੍ਰੋਧ ਠੰਡਾ ਹੋਇਆ। 12 ਸਾਲ ਬਾਅਦ ਸੰਤਾਂ ਨੂੰ ਆ ਕੇ ਕਹਿਣ ਲੱਗਾ ਮਹਾਤਮਾ ਜੀ ਲੋਕ ਆ ਕੇ ਤੁਹਾਡੀ ਸੰਗਤ ਕਰਕੇ ਕਹਿੰਦੇ ਜੀ ਸਾਡਾ ਭਲਾ ਹੋ ਗਿਆ, ਸਾਡੇ ਜੀਵਨ ਬਦਲ ਗਏ। ਮੈਂ ਤੇ ਇੱਥੇ ਰਹਿ ਕੇ ਤੁਹਾਡੀ ਇੰਨੀ ਸੇਵਾ ਕੀਤੀ, ਮੇਰਾ ਤਾਂ ਕੋਈ ਹੋਇਆ ਨਹੀਂ, ਨਾ ਮੇਰੀ ਕੋਈ ਮਾਨਤਾ ਹੋਈ, ਨਾ ਮੈਨੂੰ ਕੋਈ ਮਹਾਰਾਜ ਸੱਚਖੰਡ ਦੇ ਦਰਸ਼ਨ ਹੋਏ, ਨਾ ਮੇਰੀ ਕੋਈ ਬਿਰਤੀ ਟਿਕਦੀ। ਬੜਾ ਕੁਝ ਕਰ ਲਿਆ, ਬਸਤਰ ਬਦਲ ਲਏ, ਕਰਮ ਧਰਮ ਬਦਲ ਲਏ, ਮਗਰ ਮਹਾਰਾਜ ਮੇਰੇ ਮਨ ਦੇ ਵਿਕਾਰ ਨਾ ਮਿਟੇ। ਕਿਤੇ ਤੁਸੀਂ ਤੇ ਨਹੀਂ ਝੂਠੇ, ਮੈਂ ਕਿਤੇ ਝੂਠੇ ਸੰਤ ਦੀ ਸੰਗਤ ਕਰਕੇ ਮੈਨੂੰ ਨਹੀਂ ਪ੍ਰਾਪਤ ਹੋਇਆ ਕੁਝ। ਸੰਤ ਮੁਸਕਰਾ ਕੇ ਕਹਿਣ ਲੱਗੇ ਵੀ ਜਦੋਂ ਤੂੰ ਆਇਆ ਸੀ ਉਦੋਂ ਤੈਨੂੰ ਅਸੀਂ ਲੋਹੇ ਦਾ ਭਾਂਡਾ ਦਿੱਤਾ ਤੇ ਪਾਰਸ ਦੀ ਵੱਟੀ ਵਿੱਚ ਰੱਖ ਕੇ ਕਿਹਨੂੰ ਕਿਹਾ ਸੀ ਸਾਂਭ ਕੇ ਰੱਖ, ਜਾ ਉਹਨੂੰ ਲੈ ਕੇ ਆ। ਕਹਿਣ ਲੱਗਾ 7 ਵਜੇ ਜੀ ਲੈ ਕੇ ਆਉਂਦਾ। ਆਇਆ ਤੇ ਕੀ ਦੇਖਿਆ, ਉਹ ਲੋਹੇ ਦਾ ਭਾਂਡਾ ਅਜੇ ਵੀ ਲੋਹੇ ਦਾ ਲੋਹਾ ਹੀ ਹੈ। ਕਹਿਣ ਲੱਗਾ ਮਹਾਤਮਾ ਜੀ ਸੁਣੀਦਾ ਪਾਰਸ ਦੇ ਵਿੱਚ ਇਹ ਗੁਣ ਹੁੰਦਾ ਹੈ, 8 ਧਾਤਾਂ ਨੂੰ ਛੋ ਕੇ ਪਾਰਸ ਸੋਨਾ ਬਣਾ ਦਿੰਦਾ। ਆ ਜਿਵੇਂ ਦੇ ਤੁਸੀਂ ਝੂਠੇ ਉਵੇਂ ਦਾ ਤੁਹਾਡਾ ਆ ਪਾਰਸ ਝੂਠਾ।
इस पारस की संगत इस लोहे के भांडे ने 12 साल की, ये भी लोहे का लोहे रहा। तो महाराज मैं भी तुहाडी संगत 12 साल की, मैं भी उवें दा उवें ही रह गया। संत हस के कह लगे उरा लिया मेरे पास। जदों पकड़ाया विचों की साध संगत जी वो जिहड़ा कागज लाया सी उहनूं उतार के जिस वक्त पारस चुहाया झाटी वो सारे का सारा सोना बन गया। वेख के बड़ा शर्मिंदा होया, कहने लगा महाराज ये पारस ते सच्चा। ते संत कहने लगे भाई ये पारस सच्चा, लोहे का भांडा भी ठीक, लेकिन विच जिहड़ी वो परत लगी सी, विच जिहड़ा कागज सी उहदे करके असर ना होया। तू सानू झूठा कहना है, असल दे विच तेरी हकता नहीं गई, तेरा देह अध्यास नहीं गया अजे तक। तू आपदे मन नूं साफ ही नहीं कीता, जे करके संगत करदा तेरा भला क्यों ना हुंदा। कहने लगा महाराज कोई उपदेश दिओ मेरा भला होवे। फिर उस वक्त साध संगत जी उन्हां संतां ने कहा जे को वचन कमावे संतन का, उदों फिर ਜਿਹੜੇ महापुरुष पूरे होंगे ने अधिकारी ਨੂੰ उपदेश देंदे ने, अन अधिकारी ਨੂੰ ਦੇ ਕੇ ਛੇਤੀ ਵਚਨ नहीं करिया करते, कोई उपदेश नहीं देंदे। ਜਦੋਂ देखते ने हुण भांडा तैयार है, हुण अधिकारी है। ये पंथ के अंदर भी बड़ी भारी मर्यादा रही शुरू तो लैके। पहला किन्ना समा साध संगत जी गुरु घर की सेवा कराया करते, संगत की सेवा कराया करते, किन्ना जप तप कराया करते, फिर जाके अमृत छकाया करते सन। उन्होंने जीवन फिर उज्जवल रहा करते। हरी सारे अमृत नहीं सी पहला सिंह छकाउंदे। संतां ने देखा हुण अधिकारी है, हुण इहनूं वचन देना चाहिए। कहन लगे फिर इउं कर, साडे वास्ते एक डोल भर के पानी का जल दा लैके आ खूह तो। कहन लगा 7 वजन गया। एक पासे संतां ने एक भंगी नूं कहा भाई भंगी मेरे पास इधर आ, जिस वक्त साडा सिंह आएगा ना वापस, तू जान के थल्लेओं चिक्कड़ दे 4 छीटे दे शरीर ते पा दे। उन्हें वो कहने लगा महाराज तुहाडे इस चेले का गुस्सा बड़ा, क्रोधी बहुत है, ये मारेगा मैनू। संत कहने लगे तेनों बचा लेंगे, कोई नहीं साडा वचन मान। उन्हें 7 वचन कहा। वो जिस वक्त पानी लैके आ रहा सी उहदे छिट्टे पाए, इन्ना साध संगत जी सड़िया पलिया डांग लैके उन्होंने मारन लगा। संतां ने आप विच आके छड़ाया, छड़ा के उन्होंने कहने लगे आ देख आ तेरा क्रोध। ऐस क्रोध करके अपने आप के शरीर में बड़ा मानता भी मैं बड़ा प्रागी त्यागी हाँ, मेरे ते भंगी ने 4 मिट्टी के छिट्टे पाते, मैं भ्रष्ट हो गया। इन्ना हंकार है तेरे अंदर, शरीर का ही इन्ना हंकार चक्की फिरदा है, तेरा भला कित्थों होएगा। इनू हंकार नूं त्याग। कहन लगा महाराज किवें त्यागा। संतां ने फिर दूजा वचन दिता। पहला वचन ते संतां दा ये सी जुक्ति नाल मुक्ति है। पहला दिखाउणा सी तेरे अंदर कमी की है, दिखा दिता। आ शरीर की हंगता नहीं त्यागदा। कहन लगे साथों 4 पैसे लै जा, 4 पैसिਆਂ ਦੀ बाजार चों सब तो नकम्मी चीज़ खरीद के लिया, सब तो नकम्मी नीच चीज़ लैके आ। गया दुकान पर जाके पुछदा है मेरे तो 4 पैसे ले लो, मैनू दुनिया के सब तो नकम्मी चीज़ दिओ। दुकानदार कहन भाई ये सौदा चंगा करीदा है, फिर गाहक दोबारे आउंदा है, नकम्मी चीज़ की रखनी असां साडे पास नहीं, किधरों होर जाके भाल। करदा करदा साध संगत जी एक थां पहुंचया, कहन लगा मैनू नकम्मी चीज़ दिओ। कहन लगे नकम्मी चीज़ सातों दुकानां तो नहीं मिलनी तैनूं। एक भंगण तुरी जाती सी चूड़ी, सिर के उत्ते विष्टा दा टोकरा चकिया। कहन लगे आओ देख ਉਹਦੇ पास जो है वो है सब तो नकम्मा, वो किसी काम की चीज़ नहीं, जा ਉਹਦੇ पासों लै। जाके कह भंगण नूं कहन लगा मेथों 4 पैसे लै ला ते मैनू आ नकम्मी जिहड़ी वस्तु तू सिर ते चुकी दे दे। कहन लगी है पुरखा ये नकम्मी चीज़ का तू की करेगा, ये तेनों जे चाहिए है तू लै ला, मैं तेथों पैसे भी नहीं लैंदी। लेकिन ये पहला मैं जिमीदारां नाल वचन कीता, मैं उन्हां दे खेत च जाके सुट्टांगी, उत्थों चक ली। जिस वक्त नाल गया सुटिया, हथ पान लगा बिष्टा नूं साध संगत जी, उस वक्त बिष्टा दे विचों आवाज़ आई। की आवाज़ आई? आवाज़ ये आई हे पापी पुरुष मैनू हथ ना ला। देख
ਆਸਾ ਦੀ ਵਾਰ ਦਾ ਕੀਰਤਨ ਸੁਣਿਆ ਆਪ ਜੀ ਨੇ। ਭਜਨ ਆਏ ਸਨ ਪਹਿਲਾ ਸੁੱਚਾ ਆਪ ਹੋਏ ਸੁੱਚਾ ਬੈਠਾ ਜਾਏ। ਸਰੀਰ ਨੂੰ ਪਵਿੱਤਰ ਕੀਤਾ, ਇਸ਼ਨਾਨ ਕੀਤਾ। ਇਸ਼ਨਾਨ ਕਰਕੇ ਸੁੰਦਰ ਸੁੱਚੇ ਵਸਤਰ ਪਾ ਕੇ ਮਨੁੱਖ ਬੈਠ ਗਿਆ। ਪਹਿਲਾ ਸੁੱਚਾ ਆਪ ਹੋਏ ਸੁੱਚਾ ਬੈਠਾ ਜਾਏ। ਸੁੱਚਾ ਅੱਗੇ ਰੱਖਿਓ ਕੋਈ ਨਾ ਪਿਟਿਓ ਜਾਏ। ਫਿਰ ਲਕੀਰ ਕੱਢ ਲਈ ਚਾਰ ਫੇਰੇ, ਕੋਈ ਆ ਕੇ ਮੈਨੂੰ ਭਿੰਡ ਨਾ ਦੇਵੇ। ਪਹਿਲਾ ਸੁੱਚਾ ਆਪ ਹੋਏ। ਸੋ ਇਸ ਤਰ੍ਹਾਂ ਦੇ ਨਾਲ ਸਾਧ ਸੰਗਤ ਲੱਗਾ ਪੜਨ ਸ਼ਲੋਕ। ਪਹਿਲਾ ਸੁੱਚਾ ਆਪ ਹੋਏ ਸੁੱਚਾ ਅੱਗੇ ਜਾਏ। ਸੁੱਚਾ ਅੱਗੇ ਰੱਖਿਓ ਕੋਈ ਨਾ ਭਿੱਜਿਓ ਜਾਏ। ਸੁੱਚਾ ਹੋਏ ਕੇ ਜੀਵਿਆ ਲੱਗਾ ਪੜਨ ਸ਼ਲੋਕ। ਫਿਰ ਸ਼ਲੋਕ ਪੜ੍ਹ ਕੇ ਕਾਰ ਕੱਢ ਕੇ ਸੁੱਚਾ ਹੋ ਕੇ ਸੁੱਚੇ ਭਾਂਡਿਆਂ 'ਚ ਭੋਜਨ ਬਣਾ ਕੇ ਤਰ੍ਹਾਂ ਤਰ੍ਹਾਂ ਦੇ ਭਿੰਨ ਭਿੰਨ ਪ੍ਰਕਾਰ ਦੇ ਪਦਾਰਥਾਂ ਨੂੰ ਜੀਵਿਆਂ ਨਾਲ ਖਾਣ ਦਾ ਹੁੰਦਾ ਖਾ ਲਿਆ। ਖਾ ਕੇ ਉਸ ਅੰਨ ਪਦਾਰਥ ਜਿਹੜਾ ਸਾਧ ਸੰਗਤ ਜੀ ਸਰੀਰ 'ਚ ਜਾਣ ਤੋਂ ਪਹਿਲਾਂ ਪਿਆ ਸੀ, ਜਿਹਨੂੰ ਕੋਈ ਕਹੇ ਜੁਖਾ ਵੀ ਨਾ ਲਾ, ਉਹ ਸਰੀਰ ਦੀ ਉਹਨੇ 4 ਪਹਿਰ ਸੰਗਤ ਕੀਤੀ। ਸਰੀਰ 'ਚੋਂ ਅੰਨ 4 ਪਹਿਰ ਰਿਹਾ। ਕੋਹਥੀ ਜਾਈ ਸਟਿਆ ਕੇਸੇ ਹੋ ਲੱਗਾ ਦੁਖ। ਕੋਹਥੀ ਨਾ ਭੈੜੀ ਜਗ੍ਹਾ ਤੇ ਉਸ ਅੰਨ ਨੂੰ ਸਰੀਰ ਰਾਹੀਂ ਤਿਆਗ ਦਿੱਤਾ, ਛੱਡ ਦਿੱਤਾ। ਉਹ ਸਾਧ ਸੰਗਤ ਜਿਹੜਾ ਪਵਿੱਤਰ ਅੰਨ ਜਿਹਨੂੰ ਕੋਈ ਕਹਿੰਦਾ ਹੱਥ ਵੀ ਜੂਠੇ ਨਾਲ ਆ, ਉਹਨੂੰ ਮਾੜੀ ਜਗ੍ਹਾ ਤੇ ਸੁੱਟ ਦਿੱਤਾ। ਇਹਦਾ ਦੋਸ਼ ਉਹ ਵਿਸ਼ਟਾ ਕਹਿੰਦੀ ਕਿਹਨੂੰ ਲੱਗਾ? ਇਹ ਭਾਈ ਤੈਨੂੰ ਲੱਗਾ। ਮੈਂ ਦੇਖ ਵਿਸ਼ਟਾ ਕਹਿੰਦੀ ਹੈ ਮੈਂ ਅੰਨ ਹੀ ਹਾਂ, ਲੇਕਿਨ 4 ਪਹਿਰ ਇਸ ਮਨੁੱਖ ਦੇ ਸਰੀਰ ਦੀ ਸੰਗਤ ਕਰਕੇ ਇੰਨੇ ਥਾਂ ਤੇ ਭੈੜੇ ਥਾਂ ਤੇ ਆ ਕੇ ਮੈਨੂੰ ਸੁੱਟ ਦਿੱਤਾ ਗਿਆ। ਅੰਨ ਦੇਵਤਾ, ਉਹ ਅੰਨ ਦੇਵਤੇ ਦੀ ਤਰ੍ਹਾਂ ਪਵਿੱਤਰ, ਜਿਹਨੂੰ ਸਾਧ ਸੰਗਤ ਜੀ ਫਿਰ ਮਨੁੱਖ ਥੁੱਕਦੇ ਸਨ। ਸੋ ਇਸ ਤਰ੍ਹਾਂ ਦੇ ਨਾਲ ਜਿਸ ਵਕਤ ਵਿਸ਼ਟਾ ਨੇ ਬਚਨ ਕਹੇ, ਉਸ ਵਕਤ ਤੋਬਾ ਕਰਕੇ ਸੰਤਾਂ ਦੇ ਪਾਸ ਆਇਆ। ਆ ਕੇ ਕਹਿਣ ਲੱਗਾ ਮਹਾਰਾਜ ਹੁਣ ਮੈਨੂੰ ਪਤਾ ਲੱਗਾ ਮੈਂ ਆਪਦੇ ਸਰੀਰ ਦਾ ਹੀ ਹੰਕਾਰ ਕਰੀ ਜਾ ਰਿਹਾ ਹਾਂ। ਸਰੀਰ ਨੂੰ ਸਭ ਕੁਝ ਸਮਝਿਆ ਹੈ, ਸਰੀਰ 'ਚ ਹੀ ਲੱਗਾ, ਆਪਦਾ ਸਰੀਰ ਹੀ ਸਭ ਕੁਝ ਮੰਨੀ ਬੈਠਾ ਹਾਂ। ਇਹ ਅੰਨ ਪਵਿੱਤਰ 4 ਪਹਿਰ ਸਰੀਰ ਦੀ ਸੰਗਤ ਕਰਕੇ ਇਹਨਾਂ ਆਪ ਪਵਿੱਤਰ ਹੋ ਜਾਂਦਾ ਹੈ। ਮੈਂ ਜ਼ਿੰਦਗੀ ਪ੍ਰਯੰਤ ਸਰੀਰ ਨੂੰ ਹੀ ਆਪਦਾ ਸਭ ਕੁਝ ਮੰਨ ਕੇ ਲੱਗਾ, ਮੇਰਾ ਕਿੱਥੇ ਕਲਿਆਣ ਹੋਏਗਾ, ਉਧਾਰ ਹੋਏਗਾ। ਉਸ ਵਕਤ ਸੰਤਾਂ ਨੇ ਕਿਹਾ ਸੀ ਭਾਈ ਗੁਰਸਿੱਖਾ ਇਹ ਸਰੀਰ ਦਾ ਦੇਹ ਅਧਿਆਸ ਹੈ, ਇਹਨੂੰ ਸਰੀਰ ਦਾ ਹੰਕਾਰ ਕਹਿੰਦੇ ਨੇ। ਇਹਨੂੰ ਤਿਆਗ, ਸਰੀਰ ਨੂੰ ਕੇਵਲ ਤੇ ਕੇਵਲ ਇੱਕ ਭਾਂਡੇ ਦੀ ਤਰ੍ਹਾਂ ਸਮਝ, ਜਿਵੇਂ ਭਾਂਡੇ 'ਚ ਵਸਤੂ ਪਾਏਗੀ ਉਹਨੂੰ ਵਰਤ ਲੈਂਦਾ ਹੈ। ਇਉਂ ਸਰੀਰ ਸਾਨੂੰ ਕੱਪੜੇ ਦੇ ਰੂਪ 'ਚ ਮਿਲਿਆ। ਸਾਧ ਸੰਗਤ ਜੀ ਇਹ ਵਸਤਰ ਹੈ, ਕੱਪੜਾ ਹੈ ਹੰਡਾਉਣ ਵਾਸਤੇ। ਆਪਾਂ ਸਾਰੇ ਕੱਪੜੇ ਨੂੰ ਹੰਡਾਉਂਦੇ ਆ, ਕੋਈ ਇਹ ਤਾਂ ਨਹੀਂ ਕਹਿੰਦਾ ਕੱਪੜਾ ਸਾਨੂੰ ਹੰਡਾਉਂਦਾ। ਆ ਸਰੀਰ ਸਾਨੂੰ ਹੰਡਾਉਣ ਵਾਸਤੇ ਮਿਲਿਆ ਹੈ, ਅਸੀਂ ਸਰੀਰ ਵਾਸਤੇ ਨਹੀਂ ਹਾਂ। ਇਸ ਤਰ੍ਹਾਂ ਦੇ ਨਾਲ ਉਪਦੇਸ਼ ਦੇ ਕੇ ਉਹਦੀ ਕਲਿਆਣ ਕੀਤੀ ਸੀ। ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜੇ ਕੋ ਬਚਨ ਕਮਾਵੈ ਸੰਤਨ ਕਾ, ਜੇ ਕੋਈ ਪੂਰਨ ਸੰਤ ਮਹਾਤਮਾ ਉਪਦੇਸ਼ ਦੇਵੇ, ਉਹਦਾ ਕੋਈ ਬਚਨ ਕਮਾਵੇ, ਸੋ ਗੁਰ ਪ੍ਰਸਾਦੀ ਤਰੀਐ, ਉਹ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਤਰ ਜਾਂਦਾ ਹੈ। ਰਹਾਉ ਵਿਸ਼ਰਾਮ ਦੇ ਕੇ ਉਚਾਰਦੇ ਹਨ ਕੋਟ ਤੀਰਥ ਮੱਜਨ ਇਸਨਾਨਾ। ਮਹਾਰਾਜ ਜੀ ਕੀ ਸੰਤਾਂ ਦਾ ਬਚਨ ਕਮਾਉਣਾ ਜ਼ਰੂਰੀ ਹੈ? ਸੰਸਾਰ ਅੰਦਰ ਤੀਰਥ ਨੇ, ਖਾਸ ਤੀਰਥਾਂ ਦੇ ਇਸ਼ਨਾਨ ਮੰਨੇ ਹਨ। ਮਹਾਰਾਜ ਇਸ਼ਨਾਨ ਕਰਕੇ ਨਾ ਸਾਡੀ ਕਲਿਆਣ ਹੋਵੇਗੀ। ਗੁਰਦੇਵ ਕਹਿੰਦੇ ਕੋਟ ਤੀਰਥ ਮੱਜਨ ਇਸਨਾਨਾ। ਕਰੋੜਾਂ ਖਾਟ ਤੀਰਥ ਨਹੀਂ, ਕਰੋੜਾਂ ਤੀਰਥਾਂ ਤੇ ਜਾ ਕੇ ਮਲ ਮਲ ਕੇ ਸਰੀਰ ਨੂੰ ਇਸ਼ਨਾਨ ਕਰਕੇ ਨਹਾ ਲਵੇ। ਇਸ ਕਲ ਮਹਿ ਮੈਲ ਭਰੀਜੈ। ਇਹ ਕਲਯੁਗ ਦਾ ਸਮਾਂ ਇੰਨਾ ਭਿਆਨਕ ਹੈ, ਕੇਵਲ ਤੇ ਕੇਵਲ ਇਸ਼ਨਾਨ ਕੀਤਿਆਂ ਕਲਿਆਣ ਨਹੀਂ ਹੁੰਦੀ। ਇਸ਼ਨਾਨ ਕੀਤਿਆਂ ਸਾਧ ਸੰਗਤ ਜੀ ਮਨ ਅੰਦਰ ਬੜੇ ਭਾਰੇ ਹੰਕਾਰ ਆ ਜਾਂਦਾ ਹੈ, ਮੈਂ ਬੜਾ ਤੀਰਥ ਇਸ਼ਨਾਨੀ ਹਾਂ, ਇਸ਼ਨਾਨ ਕੀਤਾ। ਜਾਂ ਇਸ ਕਲ ਮਹਿ ਮੈਲ ਭਰੀਜੈ, ਕਲਯੁਗ ਦੇ ਸਮੇਂ ਅੰਦਰ ਮੈਲ ਵਕਾਰਾਂ ਦੀ ਹੈ। ਲੋਕ ਤੀਰਥਾਂ ਦੇ ਜਾਂਦੇ ਮੰਦ ਨਿਗਾਹ ਰੱਖਦੇ, ਮੈਲ ਭਰ ਕੇ ਲੈ ਆਉਂਦੇ ਹਨ। ਸਤਿਗੁਰੂ ਗੁਰੂ ਕਲਗੀਧਰ ਮਹਾਰਾਜ ਸੱਚੇ ਪਾਤਸ਼ਾਹ ਦੀਵਾਨ ਸਜਾ ਕੇ ਬੈਠੇ। ਸਾਧ ਸੰਗਤ ਜੀ ਇੱਕ ਸੁਨਿਆਰਾ ਆਇਆ, ਨਾਲ ਆਪਦੀ ਬੇਟੀ ਨੂੰ ਜਵਾਨ ਨੂੰ ਲੈ ਕੇ ਆਇਆ। ਬੜਾ ਸੋਹਣਾ ਸਾਧ ਸੰਗਤ ਜੀ ਇੱਕ ਕੱਪੜਾ ਵਸਤਰ ਕੱਢ ਕੇ ਸਤਿਗੁਰੂ ਮਹਾਰਾਜ ਜੀ ਦੇ ਪਾਸ ਲੈ ਕੇ ਆਏ। ਮਹਾਰਾਜ ਸਾਹਿਬ ਜੀ ਨੂੰ ਭੇਟਾ ਕੀਤਾ, ਦੀਵਾਨ 'ਚ ਬੈਠ ਗਏ। ਬੈਠੇ ਨੇ, ਉਸ ਵਕਤ ਸਾਧ ਸੰਗਤ ਜੀ ਬਾਦਸ਼ਾਹ ਆਇਆ।
महाराज के दर्शन करने वास्ते आगरे आके की देखदा ये गिजया से जेड़े राजपूत सन उन्हां दा राजपूत दियां चंगियां बहु बेटियां देख के ये मुगल पठान साध संगत जी विआह लिआया करदे। इन्हें आके देखा सुनियारे की जवान धी बैठी है महाराज साहिब की हजूरी च बैठा होया मंद निगाह रखन लग पिया। ਉਹਦੇ ਵੱਲ ਵਾਰ-ਵਾਰ ਝਾਕੀ ਜਾਏ, ਸਤਿਗੁਰਾਂ ਨੂੰ ਹੋਰ ਪੁੱਛੇ, ਹੋਰ ਮਹਾਰਾਜ ਸਾਹਿਬ ਜੀ ਸਿੰਘਾਂ ਦੀ ਸੁਣਾਓ, ਹੋਰ ਤੁਹਾਡਾ ਪੜਾਅ ਅੱਛਾ ਹੈ। ਇਉਂ ਗੱਲਾਂ ਕਰ ਕਰਕੇ ਸਮਾਂ ਵਧਾਏ ਕਿ ਮੈਂ ਬਹੁਤਾ ਜ਼ਿਆਦਾ ਸਮਾਂ ਦੇਖੀ ਜਾਵਾਂ। ਫਿਰ ਕਹਿਣ ਲੱਗਾ ਮਹਾਰਾਜ ਜੀ ਮੈਨੂੰ ਦੱਸੋ ਹਿੰਦੂ ਧਰਮ ਚੰਗਾ ਹੈ ਕਿ ਮੁਸਲਮਾਨ ਧਰਮ ਚੰਗਾ ਹੈ। ਮਹਾਰਾਜ ਅੰਤਰਜਾਮੀ ਸੱਚੇ ਪਾਤਸ਼ਾਹ ਜਾਣ ਗਏ ਇਹ ਕਿਉਂ ਐਸਾ ਸਵਾਲ ਕਰਦਾ ਹੈ ਵੀ ਇਹ ਹਿੰਦੂ ਨੇ मैं मुसलमान हाँ। महाराज साहब जी कहेंगे भाई मुसलमान चंगे हैं। महाराज साहब जी कहते क्यों तू ये वजन क्यों पूछया है। कहने लगा महाराज असी कलमा पढ़ते हाँ ते साड़ियाँ कलमा करके कल्याण होएगी। मुहम्मद साहब साड़ी भली करनगे कलमा दे पढ़िया। जिन्ना को मनुख पाप करे कलमा पढ़िया उन्होंने पाप लै जाते। महाराज साहब जी कहने लगे नहीं बादशाह हे बादशाह ये वचन तेरा झूठ है। कलमा दे पढ़िया केवल किसी का भला नहीं हुंदा। कहने लगा महाराज फिर साडे वड्डे महात्मा जो कहते हो झूठ है, मुहम्मद साहब का वचन झूठ है। महाराज साहब जी कहने लगे नहीं भाई वो भी सच है। खुदा का नाम लईए उहदे करके कल्याण हुंदी है, लेकिन जे कलियां कलमा ही पढ़नियां ने उहदे करके भी भला नहीं हुंदा। कर्म नेक करने जरूरी है। महाराज साहब जी ने कहा लिया तेनू सिद्ध करके दिखाते हैं। एक साध संगत जी खजाने दे विचों एक महाराज साहब जी ने रुपया मंगाया है सी वो खोटा ते ओदे उत्ते साध संगत जी कलमा लिखिया होया सी। महाराज जी कहन लगे आ पकड़ 1 रुपया जा इंज कर बादशाह आपदा कोई मंत्री संतरी भेज सिपाही भेज ते इहदी भान मंगा। कहने लगा महाराज जी हुणे मंगा देने दे के रुपया। कहने लगा जाओ जाके 4 आने लैके आओ। गया बाजार च जिन्हों जाके कहे सिपाही कहा इधर मैंने 4 आने दे। वो देख के वगा के वारन कहने लगे खोटा रुपया एक खोटा है, ਇਹਦਾ ਤੈਨੂੰ कुछ नहीं मिलने लगा, 1 आना भी नहीं देना आसा। कहे नहीं जी उत्ते कलमा भी लिखे। कहते कलमा लिखे तो असीं की करिए है ही जदों खोटा। ऐसा वचन कहा सारा साध संग बाजार फेर आया, किधरों उसकी भान ना मिली, 1 पैसा भी ना किसी दिता। जदों आके महाराज साहब नूं कहन लगा महाराज जी बादशाह ने भेजा तुसां भेजिया सी, इहदा किसी ने 1 पैसा भी नहीं दिता। गुरु साहब जी कहन लगे हे बादशाह आ देख भावें इहदे ते कलमा लिखिया सी तेरा तू मुसलमान है, ये मुसलमाना का हुण राज है, 4 चफेरे सब तेरा भै मनते ने, तेरा छपाई सी तुहाडा ही वड्डा कलमा इहदे ते लिखिया। मुसलमान लैण वाले भी दुकानदार सारे मुसलमान सन, किसी ने कलमा की कीमत ना पाई। सगों जिहड़ा खोटा सी खोट पुणे नूं सब ने वेख के छड्ड दिता। इस तरह बादशाह केवल जे कलमा तू पढ़ेगा कहेगा मैं कलमा ही पढ़ता रहा ते निगाह बद नीयत रखा दूजियां उत्ते भैड़ी निगाह नाल देखदा रहा, कलमे ने तेरी कल्याण नहीं करनी। जे तेरा मन तू मन करके खोटा है, तेरे कर्म खोटे ने, फिर तेनों दोजक ही मिलेगा। मुसलमान नरक नूं दोजक कह देंदे, स्वर्ग नूं भिस्त कह देंदे, फिर तू दोजक च जावेगा। इस तरह साध संगत जी संगत दे विच भी आके जिहड़ी आपदी बिरती नूं चंगा नहीं रखदे, कोट तीरथ मस्जिद इसनाना इस गल मह मैल भरीजै, जाना अस्थानां ते दर्शन करन वास्ते, जाना अस्थानां ते इशनान करन लई मत्था टेकन वास्ते, ते उत्थे जाके मंद कर्म कीती जाने, बद नीयत रखनी, इस गल मह मैल भरीजै। इन्हां कर्मां करके इस कलयुग दे अंदर मन मैल नूं छड्डना किसी मैलों का भरदा रहिंदा है। फिर महाराज मनां दी मैल किवें लवे, साध संगत जो हर गुण गावै। जिहड़ा साध संगत विच आके परमेश्वर दे गुण गाए, सतगुरां दी वडियाई करे, आप दे प्रीतम दा जस गावे, सो निर्मल कर लीजै। उही आपदे मनां नूं साध संगत जी निर्मल मैल तो रहत कर लैंदा है। वेद कतेब सिमरत सब शास्त्र। कहने लगे महाराज धार्मिक ग्रंथ पढ़ लीए,
ਸੰਗਤ ਅੰਦਰ ਆ ਕੇ ਵੀ ਤੇ ਉਹੀ ਕਥਾ ਸੁਣਨੀ ਹੈ, ਸੰਗਤ ਅੰਦਰ ਆ ਕੇ ਵੀ ਉਹੀ ਸ਼ਬਦ ਸੁਣਨੇ ਹਨ, ਉਹੀ ਸਭ ਕੁਝ ਗਿਆਨ ਸੁਣੀਦਾ ਹੈ। ਮਹਾਰਾਜ ਉਹੀ ਸਭ ਕੁਝ ਘਰ ਬੈਠ ਕੇ ਵੇਦਾਂ ਸ਼ਾਸਤਰਾਂ 'ਚ ਪੜ੍ਹ ਲਈਏ ਫਿਰ ਸਾਡੀ ਕਲਿਆਣ ਨਾ ਹੋਵੇਗੀ। ਸਤਿਗੁਰੂ ਜੀ ਕਹਿੰਦੇ ਨਾ ਗੁਰਸਿੱਖੋ, ਵੇਦ ਕਤੇਵ ਸਿਮਰਤ ਸਭ ਸਾਸਤ, ਇਨ ਪੜ੍ਹਿਆ ਮੁਕਤ ਨਾ ਹੋਏ। ਕੇਵਲ ਇਹਨਾਂ ਦੇ ਪੜ੍ਹਨੇ ਮਾਤਰ ਸੇ ਵੇਦਾਂ ਨੂੰ, ਕਤੇਬਾਂ ਨੂੰ, ਸਿਮਰਤੀਆਂ ਸ਼ਾਸਤਰਾਂ ਨੂੰ, ਇਹ ਸਭ ਧਾਰਮਿਕ ਗ੍ਰੰਥਾਂ ਨੂੰ ਪੜ੍ਹਿਆ ਮੁਕਤ ਨਹੀਂ ਹੁੰਦੀ, ਕਲਿਆਣ ਨਹੀਂ ਹੁੰਦੀ। ਏਕ ਅੱਖਰ ਜੋ ਗੁਰਮੁਖ ਜਾਪੈ, ਇੱਕ ਅੱਖਰ ਉਹ ਜਿਹੜਾ ਆਖਰ ਨਾ ਕਰਨ ਵਾਲਾ, ਨਾ ਨਾਸ ਹੋਣ ਵਾਲਾ ਪ੍ਰਮਾਤਮਾ ਦਾ ਇੱਕ ਨਾਮ ਜਿਹੜਾ ਕੋਈ ਮੁਖੀ ਗੁਰਾਂ ਦੁਆਰਾ ਜਪਦਾ ਹੈ, ਗੁਰੂ ਤੋਂ ਗੁਰਮੰਤਰ ਲੈ ਕੇ ਜਿਹੜਾ ਉਹਦਾ ਅਭਿਆਸ ਕਰਦਾ ਹੈ, ਤਿਸ ਕੀ ਨਿਰਮਲ ਸੋਏ। ਉਹਨਾਂ ਦੀ ਸਾਧ ਸੰਗਤ ਜੀ ਮਲ ਵਿਖੇਪ ਅਵਰਗੀਆਂ ਮੈਲਾਂ ਤੋਂ ਰਹਿਤ ਸੋਏ ਸੋਭਾ ਹੋ ਜਾਂਦੀ ਹੈ, ਉਹਨਾਂ ਦਾ ਭਲਾ ਹੁੰਦਾ ਹੈ। ਖੱਤਰੀ ਬ੍ਰਾਹਮਣ ਸੂਦ ਵੈਸ, ਖੱਤਰੀ ਬ੍ਰਾਹਮਣ ਤੇ ਸ਼ੂਦਰ ਤੇ ਵੈਸ, ਇਹ ਚਾਰ ਵਰਨ ਨੇ ਹਿੰਦੂਆਂ ਦੇ ਅੰਦਰ। ਉਪਦੇਸ਼ ਚਹੁ ਵਰਨਾ ਕੋ ਸਾਂਝਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਹੜਾ ਅਸੀਂ ਉਪਦੇਸ਼ ਦੇ ਰਹੇ ਹਾਂ ਭਾਈ, ਇਹ ਚਾਰ ਵਰਨਾਂ ਨੂੰ ਸਾਂਝਾ ਹੈ ਸਭਨਾਂ ਨੂੰ, ਚਾਹੇ ਕੋਈ ਵੱਡਾ ਹੋਵੇ, ਛੋਟਾ ਹੋਵੇ, ਬੁੱਢਾ ਹੋਵੇ, ਜਵਾਨ ਹੋਵੇ, ਇਸਤਰੀ ਹੋਵੇ, ਮਰਦ ਹੋਵੇ, ਸਭਨਾਂ ਲਈ ਇੱਕ ਸਮਾਨ ਇਹ ਉਪਦੇਸ਼ ਹੈ। ਜਿਹੜੇ ਵੇਦ ਕਤੇਬਾਂ ਦੀ ਤੁਸੀਂ ਗੱਲ ਕਰਦੇ ਹੋ, ਉਹ ਕੇਵਲ ਬ੍ਰਾਹਮਣ ਨੂੰ ਅਧਿਕਾਰ ਹੈ ਪੜ੍ਹਨ ਦਾ। ਬ੍ਰਾਹਮਣ ਦੀਆਂ ਘਰਤੀਆਂ ਨੂੰ ਵੀ ਅਧਿਕਾਰ ਨਹੀਂ, ਇਸਤਰੀਆਂ ਨੂੰ ਅਧਿਕਾਰ ਨਹੀਂ ਪੜ੍ਹਨ ਦਾ। ਖੱਤਰੀਆਂ ਦੇ ਵਿੱਚੋਂ ਵੀ ਕੇਵਲ ਸਾਧ ਸੰਗਤ ਜਿਹਨਾਂ ਨੂੰ ਸੁਣਨ ਦਾ ਅਧਿਕਾਰ ਹੈ। ਵੈਸ਼ ਤੇ ਸ਼ੂਦਰ ਨੂੰ ਸ਼ੂਦਰ ਤੇ ਸੁਣ ਵੀ ਨਹੀਂ ਸਕਦੇ, ਵੈਸ਼ ਨੂੰ ਕੇਵਲ ਉਪਦੇਸ਼ ਦਿੱਤਾ ਜਾਂਦਾ ਹੈ। ਇਸ ਤਰ੍ਹਾਂ ਇੰਨਾ ਜ਼ਿਆਦਾ ਉਹਨਾਂ ਦੇ ਅੰਦਰ ਫਰਕ ਰੱਖਦੇ ਨੇ, ਭੇਦ ਰੱਖਦੇ ਨੇ। ਉਹ ਵੇਦ ਸ਼ਾਸਤਰ ਕੋਈ ਬ੍ਰਾਹਮਣ ਦੇ ਘਰ ਜਨਮ ਲਵੇ, ਫਿਰ ਬ੍ਰਹਮ ਵਿਦਿਆ ਪੜ੍ਹ ਕੇ ਫਿਰ ਹੀ ਵੇਦਾਂ ਸ਼ਾਸਤਰਾਂ ਨੂੰ ਪੜ੍ਹੇ ਤਾਂ ਉਹਨੂੰ ਉਪਦੇਸ਼ ਆਉਂਦਾ, ਤਾਂ ਉਹਨੂੰ ਸਮਝ ਪੈਂਦੀ ਹੈ। ਗੁਰਦੇਵ ਕਹਿੰਦੇ ਜਿਹੜਾ ਅਸੀਂ ਉਪਦੇਸ਼ ਗੁਰੂ ਨਾਨਕ ਸਾਹਿਬ ਦੇ ਘਰ ਦਾ ਉਪਦੇਸ਼ ਹੈ ਉਹ ਸਾਰਿਆਂ ਲਈ ਸਾਂਝਾ ਹੈ। ਅਸੀਂ ਇਹ ਨਹੀਂ ਰੱਖਿਆ ਵੀ ਇਸਤਰੀ ਨਹੀਂ ਪੜ੍ਹ ਸਕਦੀ ਜਾਂ ਬਜ਼ੁਰਗ ਨਹੀਂ ਪੜ੍ਹ ਸਕਦਾ, ਨੀਵੀਂ ਜਾਤ ਵਾਲਾ ਨਹੀਂ ਪੜ੍ਹ ਸਕਦਾ। ਖੱਤਰੀ ਬ੍ਰਾਹਮਣ ਸੂਦ ਵੈਸ, ਉਪਦੇਸ਼ ਚਹੁ ਵਰਨਾ ਕੋ ਸਾਂਝਾ, ਸਾਰਿਆਂ ਨੂੰ ਸਾਂਝਾ ਹੈ ਉਪਦੇਸ਼, ਇਹ ਚਾਰੇ ਵਰਨਾਂ ਦਾ ਹੈ। ਗੁਰਮੁਖ ਨਾਮ ਜਪੈ ਉਦਰੈ ਸੋ ਕਲ ਮਹਿ। ਮੁਖੀ ਗੁਰਾਂ ਦੁਆਰਾ ਕੋਈ ਜਿਹੜਾ ਨਾਮ ਜਪੇ ਸਹੀ, ਇਹਨੂੰ ਕਮਾਵੇ ਸਹੀ। ਜਿਸ ਵਕਤ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਕੁਰੂਕਸ਼ੇਤਰ ਗਏ ਨੇ ਸਾਧ ਸੰਗਤ ਜੀ, ਮੇਲੇ ਉੱਪਰ ਸੂਰਜ ਗ੍ਰਹਿਣ ਦੇ ਮੇਲੇ ਤੇ, ਉਦੋਂ ਸਾਰੇ ਇਕੱਠੇ ਹੋ ਕੇ ਆਏ ਬ੍ਰਾਹਮਣ। ਆ ਕੇ ਬੜੀ ਚਲਾਕੀ ਦੇ ਨਾਲ ਸਤਿਗੁਰੂ ਮਹਾਰਾਜ ਨੂੰ ਪੁੱਛਣ ਲੱਗੇ, ਮਹਾਰਾਜ ਜੀ ਵੇਦ ਸ਼ਾਸਤਰ ਝੂਠੇ ਨੇ ਕਿ ਸੱਚੇ ਨੇ? ਤੇ ਜਿਹੜੀ ਤੁਸੀਂ ਬਾਣੀ ਉਚਾਰੀ ਹੈ, ਗੁਰਬਾਣੀ ਜਿਹਨੂੰ ਸਿੱਖ ਪੜ੍ਹਦੇ ਹਨ ਨੇਮ ਦੇ ਨਾਲ, ਇਹ ਗੁਰਬਾਣੀ ਵੇਦਾਂ ਸ਼ਾਸਤਰਾਂ ਦੇ ਅਧੀਨ ਹੈ ਜਾਂ ਇਹਨਾਂ ਤੋਂ ਉਲਟ ਹੈ? ਇਹਨਾਂ ਦੇ ਕਹਿਣ ਦਾ ਭਾਵ ਇਹ ਸੀ, ਜਿਹਦੇ ਮਹਾਰਾਜ ਜੀ ਕਹਿਣਗੇ ਵੀ ਗੁਰਬਾਣੀ ਵੇਦਾਂ ਸ਼ਾਸਤਰਾਂ ਤੋਂ ਉਲਟ ਹੈ, ਫਿਰ ਵੇਦ ਸ਼ਾਸਤਰ ਤੇ ਪ੍ਰਮਾਤਮਾ ਨੂੰ ਮੰਨਦੇ ਨੇ, ਆਸਤਿਕ ਬਿਰਤੀ ਜਨਾਉਂਦੇ ਨੇ, ਫਿਰ ਅਸੀਂ ਕਹਾਂਗੇ ਮਹਾਰਾਜ ਤੁਹਾਡੀ ਜਿਹੜੀ ਇਹ ਬਾਣੀ ਹੈ ਇਹ ਨਾਸਤਿਕਪੁਣਾ ਦਿਖਾਉਂਦੀ ਹੈ ਜੇ ਵੇਦਾਂ ਦੇ ਅਨੁਸਾਰ ਨਹੀਂ। ਤੇ ਜੇ ਮਹਾਰਾਜ ਸਾਹਿਬ ਜੀ ਕਹਿਣਗੇ ਵੇਦਾਂ ਦੇ ਅਨੁਸਾਰ ਹੀ, ਫਿਰ ਅਸੀਂ ਕਹਾਂਗੇ ਮਹਾਰਾਜ ਤੇ ਵੇਦ ਪਹਿਲਾਂ ਹੈ ਸਨ, ਗੁਰਬਾਣੀ ਰਚਨ ਦੀ ਕੀ ਲੋੜ ਸੀ? ਫਿਰ ਵੇਦ ਹੀ ਪੜ੍ਹਾਓ ਸਿੱਖਾਂ ਨੂੰ। ਇਹ ਚਲਾਕੀ ਦੇ ਨਾਲ ਮਹਾਰਾਜ ਨੂੰ ਪੁੱਛਿਆ, ਸਤਿਗੁਰੂ ਜੀ ਕਹਿਣ ਲੱਗੇ, ਹੇ ਪਾਂਡਿਓ, ਇਹ ਗੁਰਬਾਣੀ ਅਧੀਨ ਨਹੀਂ ਕਿਸੇ ਦੀ। ਗੁਰਬਾਣੀ ਦੇ ਅੰਦਰ ਜਿਹੜਾ ਸਿਧਾਂਤ ਹੈ ਉਹ ਅਦਵੈਤ ਦਾ ਸਿਧਾਂਤ ਹੈ, ਜਿਹੜਾ ਵੇਦਾਂ ਦੇ ਵਿੱਚ ਹੈ। ਨਾ ਤੇ ਇਹ ਵੇਦਾਂ ਦੇ ਅਨੁਸਾਰ ਹੈ ਤੇ ਨਾ ਇਹ ਵੇਦਾਂ ਦੇ ਵਿਰੁੱਧ ਹੈ। ਗੁਰਬਾਣੀ ਕਿਸੇ ਦੇ ਅਧੀਨ ਨਹੀਂ। ਕਹਿਣ ਲੱਗੇ ਮਹਾਰਾਜ ਇਉਂ ਨਹੀਂ, ਦਲੀਲ ਨਾਲ ਸਮਝਾਓ। ਫਿਰ ਮਹਾਰਾਜ ਨੇ ਗੌੜੀ ਰਾਗ 'ਚ ਸ਼ਬਦ ਆਉਂਦਾ, ਮਹਾਰਾਜ ਨੇ ਕਿਹਾ, ਜੈਸੀ ਧਰਤੀ ਉੱਪਰ ਮੇਘਲਾ ਬਰਸਤ ਹੈ, ਕਿਆ ਧਰਤੀ ਮੱਧੇ ਪਾਣੀ ਨਾਹੀ। ਧਰਤੀ ਦੇ ਉੱਪਰ ਬੱਦਲ ਵਰਖਾ ਕਰਦਾ, ਕੀ ਧਰਤੀ ਦੇ ਵਿੱਚ ਪਾਣੀ ਹੈ ਨਹੀਂ? ਧਰਤੀ ਦੇ ਅੰਦਰ ਤਾਂ ਪਾਣੀ ਹੈ। ਜੈਸੇ ਧਰਤੀ ਮੱਧੇ ਪਾਣੀ ਪਰ ਗਾਸਿਆ, ਬਿਨ ਪੱਗਾ ਵਰਸਤ ਫੇਰਾ ਹੀ। ਧਰਤੀ ਦੇ ਵਿੱਚੋਂ ਪਾਣੀ ਕੋਈ ਕੱਢੇ, ਪਾਣੀ ਤਾਂ ਨਿਕਲ ਆਏਗਾ, ਲੇਕਿਨ ਉਹ ਬਰਸਾਤ ਦਾ ਸਾਧ ਸੰਗਤ ਜੀ ਮੁਕਾਬਲਾ ਨਹੀਂ ਕਰ ਸਕਦਾ। ਧਰਤੀ 'ਚੋਂ ਪਾਣੀ ਕੱਢਣ ਵਾਸਤੇ ਕਿੰਨੀ ਮਿਹਨਤ ਕਰੇ, ਧਰਤੀ ਪੁੱਟੇ,
फिर थल्लों पानी आउंदा है तो वो पानी भी नेड़े नेड़े 5 10 20 किलियां तक पानी जाता है, कोई बहुती दूर नहीं पहुँच सकता। तो एक समय इको थां नूं सिंजदा वो पानी, वो बहुतियां थावां नूं एक वक्त भी नहीं सिंज सकता। महाराज कहते बिल्कुल इस तरह धरती के पानी की न्याई ये वेद हन। कोई 12 साल आके निरुक्त पढ़े, पिंगल पढ़े, व्याकरण पढ़े, इस तरह छंद शास्त्र पढ़े, व्याकरण पढ़ के, ज्योतिष पढ़ के फिर जाके वेदां का पाठी होवे तां जाके 10-12 साल बाद वेदां की समझ पैंदी है। तो किसी को वो समझा भी नहीं सकता, देश भाषा च बोले तां किसी को पता लगता है। महाराज कह लगे इस तरह के नाल वेदां का ज्ञान है केवल अपने आप तक सीमित रह जाता है तो बड़ी मेहनत तो बाद प्राप्त होता है। जिहड़ी गुरबाणी है गुरु नानक साहब महाराज ने सचखंड तो लियांदी गुरबाणी है, ये बदलों के बरसात की न्याई है, पानी की न्याई है। जितों बदल गुजरता है वो नहीं देखता भी उच्चा थां है, नीवा थां है, ये माड़ा है, ये चंगा है, ये ओहदा है, ये किसदा है, ये अधिकारी अनधिकारी, सबनों एक समान वरखा करता है बदल। सब थावां ते इक्को जिहा जल वरताउंदा है, सबनों शांति मिलती है, सारियां दी कल्याण हुंदी है। इस तरह गुरु साहिब महाराज ने उपदेश दिता सी। भाई ये जिहड़ा उपदेश गुरु नानक साहिब महाराज दा सबना दे वास्ते है। खतरी ब्राह्मण सूद वैस उपदेश चौ वर्णा को सांझा, गुरमुख नाम जपै। फिर कोई गुरमुख बने, उपदेश लैके फिर नाम जपे। नाम तो बिना साध संगत जी कल्याण नहीं है। सोधत सोधत सोध तत् विचारिया, नाम बिना सुख नाही सर पर हारिया। नाम जपै उधरै सो कल महै। ਜਿਹੜਾ उपदेश लैके गुरमुख बन के सतगुਰਾਂ ਦਾ नाम जपेगा वो ਉਹਦੇ कल्याण च उधर जाएगा। कलयुग ਦੇ ਵਿੱਚ ਉਹਦੀ ਸਾਧ ਸੰਗਤ ਦੀ कल्याण हो जाएगी। घट घट नानक माझा। सतगुरु गुरु अर्जन साहिब महाराज कहते वो अकाल पुरख वाहिगुरू जिन्हें कल्याण करनी है वो सबना दे घट घट सबना दे हिरदियां हिरदियां च आया होया है। सब घट राम बोलै रामा बोलै राम बिना को बोलै रे। सब है जोत जोत है सोए तिस दै चारण सब में चानन होए। वो परमेश्वर सबना दे घट घट नाम हिरदे दा हुंदा है। सबना दे हिरदियां हिरदियां च माझा वसिया होया है, विच आया होया है। फरीद साहब जी दे बचन हन सबना मन मानक ठाहन मूल मचांगवा। जेतो प्रिया दी सेख थियाओ ना ठाहे कहीं दा। सबना दे हिरदे साध संगत जी मानक मोतियां दी कीमती हन। किसी का हिरदा ना दुखाइए क्योंकि सबना दे अंदर परमात्मा आप वसदा है। किसी ने दुखाया वो परमात्मा ने दुखाया एक बराबर है। जिहड़ा परमात्मा ने दुखाए वो कित्थे भला होएगा। इस प्रकार सतगुरु महाराज जी कहते जिहड़े गुरसिख गुरु उपदेश लैके नाम जपते हैं उधर जाते तो उन्होंने प्रगट हो आउंदा है परमात्मा सबना दे हिरदियां हिरदियां च वसिया होया। ये उपदेश सतगुरु महाराज सच्चे पातशाह ने साध संगत जी अमृत वेले श्री मुखवाक हुक्मनामे के रूप अंदर आपां नूं बख्शिया। ये विचार करते हुए भुलां चुकां की माफ़ी। जिन्नी संगत आ रही है आई सबना नूं जी आया, सबना का धन्नवाद। अज सतगुरु गुरु तेग बहादुर महाराज जी का शहीदी का पुरब है। उन्होंने शहीदी की कथा साध संगत जी आपां रात नूं शाम के दवारां विचारांगे। इत्थों तक विचार करते हुए भुलां चुकां की माफ़ी। हुण साध संगत जी समाप्ति है। आओ दो पंक्तियां पढ़ के अरदास अंदर जुड़िए। खतरी ब्राह्मण सूद वैस उपदेश चौ वर्णा को सांझा। गुरमुख नाम जपै उधरै सो कल महै। घट घट नानक माझा। वाहिगुरू जी का खालसा। नहीं मरता